ਆ ਰਹੇ ਸੀ ਜਿਹੜੇ ਤੁਸੀਂ ਮੋਰਚੇ ਲਾ ਰਹੇ ਸੀ ਸਪੀਚਾਂ ਦੇ ਰਹੇ ਸੀ ਸਭ ਕੁਝ ਤੁਸੀਂ ਬੇਵਕੂਫ ਸੀ ਅਸੀਂ ਤਾਂ ਤੁਹਾਡੇ ਲਈ ਚੰਗਾ ਸੋਚਿਆ ਯਾਰ ਐਡਾ ਲੀਡਰ ਇਹ ਇਲੈਕਸ਼ਨਾਂ ਦੀਆਂ ਮਿੱਠੀਆਂ ਗੋਲੀਆਂ ਤੋਂ ਆਪਾਂ ਬਚਣਾ 2022 ਆਉਣ ਵਾਲਾ ਤੁਹਾਨੂੰ ਪਤਾ ਵੀ ਮਾਹੌਲ ਕੀ ਹੋਊਗਾ ਯਾਰ ਮੈਂ ਪੰਜਾਬ ਤੋਂ ਆਇਆ ਇਲੈਕਸ਼ਨ ਤੋਂ ਪਹਿਲਾਂ ਤੇ ਇਲੈਕਸ਼ਨ ਦੇ ਬਾਅਦ ਦਿਨ ਰਾਤ ਜਿੰਨਾ ਫਰਕ ਹੈ 2020 ਦੇ ਟੈਸਟ ਮੈਚ ਜਿੰਨਾ ਫਰਕ ਕਰ ਦਿੰਦੇ ਮੁੜ ਮਾਰਿਆ ਹਾਂ ਦਾ ਨਾਰਾ ਇੱਥੇ ਆ ਕੇ ਕੀ ਕਰਨਗੇ ਸਾਡੀ ਖੇਤਾਂ ਜਸ ਬਾਜਵਾ ਮੇਰਾ ਭਰਾ ਇਸ ਤੋਂ ਬਾਅਦ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ 2 ਮਿੰਟਾਂ ਬਾਅਦ ਜਸ ਬਾਜਵਾ ਮੇਰਾ ਵੀਰ ਪਛਾਣਨ ਦਾ ਐਮਐਲਏ ਸਾਹਿਬ ਹੋਰ ਵੀ ਸਾਡੇ ਸੱਜਣ ਬੈਠੇ ਆ ਮੈਂ ਤਾਂ ਆ ਸਟੇਜ ਤੇ ਆ ਕੇ ਵੀ ਮੈਂ ਕਹੂੰਗਾ ਮੋਰਚੇ ਨੂੰ ਸੰਨ ਨਾ ਲੱਗਣ ਦਿਓ ਇੱਥੇ ਸ਼ਰਾਰਤੀ ਅੰਸਰ ਜਿਹੜੇ ਵੀ ਸੂਝਵਾਨ ਪਹੁੰਚੇ ਹੋਏ ਆ ਜਾਂ ਕੋਈ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਬਿਲਕੁਲ ਅਮਰਤਮਾਨ ਸਾਡਾ ਭਰਾ ਨਾਰਾ ਲਾ ਕੇ ਕਹਿਣਾ ਵੀ ਆਪਦੇ ਲੀਡਰਾਂ ਨੂੰ ਕਹੋ ਜਿਹੜਾ ਕੰਮ ਉਹਨਾਂ ਦਾ ਸੀ ਉਹ ਅਸੀਂ ਕਰ ਰਹੇ ਹਾਂ ਸਾਡਾ ਨਿੱਜੀ ਫਰਜ਼ ਹੈ ਆਪਦੇ ਮੇਨ ਲੀਡਰਾਂ ਨੂੰ ਕਹੋ ਲੜਾਈ ਚੱਲੂਗੀ ਚਾਰ ਜਾਣੇ ਹਰ ਇੱਕ ਪਾਰਟੀ ਦੇ ਇਕੱਠੇ ਹੋ ਕੇ ਮੋਦੀ ਨਾਲ ਕਿਉਂ ਨਹੀਂ ਟਾਈਮ ਰੱਖਦੇ ਪਿਆਰਾ ਸੀ ਇਕੱਠਿਆਂ ਨੇ ਸ਼ੁਰੂ ਕੀਤਾ ਕਿਉਂ ਨਹੀਂ ਮਿਲਣ ਜਾਂਦੇ ਅੱਗੇ ਲੜਾਈ ਲੜਾਂਗੇ ਚਾਰ ਜਾਣੇ ਹਰ ਇੱਕ ਪਾਰਟੀ ਦੇ ਸਿਆਣੇ ਲੀਡਰ ਇਕੱਠੇ ਹੋ ਕੇ ਕਹਿਣ ਵੀ ਭਾਈ ਸਾਡੇ ਲੋਕ ਮਰ ਰਹੇ ਨੇ ਆਹ ਚੀਜ਼ ਹੋਈ ਆ ਜਾਂ ਤਾਂ ਇਹਦੇ ਵਿੱਚ ਸੋਧ ਕਰ ਜਾਂ ਇਹ ਬਿੱਲ ਕੈਂਸਲ ਕਰ ਹੁਣ ਬਹੁਤ ਜਣੇ ਨੇ ਹੁਣ ਕੂਕਾ ਮਾਰ ਕੇ ਦੱਸੋ ਵੀ ਬਿੱਲ ਕੈਂਸਲ ਕਰਾ ਦੇਾਂਗੇ ਕਿ ਨਹੀਂ ਕਰਾ ਦੇਾਂਗੇ ਫਿਰ ਕੀ ਹੋ ਜਾਊਗਾ ਸਾਡਾ ਮਸਲਾ ਹੱਲ ਕਰਾ ਦਿਓ ਗੱਲ ਮੁੱਕ ਇੱਥੇ ਹੀ ਜਾਣਾ ਹਲੇ ਦੁਬਾਰਾ ਫੇਰ ਬੋਲੂ ਜਸ ਬਾਜਵਾ ਮੇਰਾ ਵੀਰ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਉਦੋਂ ਪਹਿਲਾਂ ਇਹ ਸਿੱਧੇ ਤੌਰ ਤੇ ਡਾਕਾ ਐਡੇ ਅਸੀਂ ਪਾਗਲ ਥੋੜੀਆਂ ਜਿੱਡੇ ਉਹਨਾਂ ਨੇ ਸਮਝ ਲਿਆ ਜਿੰਨਾ ਉਹ ਸਮਝ ਲਿਆ ਵੀ ਕੋਈ ਨਹੀਂ ਪੰਜਾਬ ਵਾਲਿਆਂ ਨੂੰ ਚਿੱਟੇ ਦੇ ਨਾਂ ਤੇ ਬਦਨਾਮ ਕਰਤਾ ਇਹਨਾਂ ਨੇ ਕਿਹੜਾ ਵਿਦਰੋਹ ਕਰਨਾ ਇਹਨਾਂ ਨੇ ਕਿਹੜਾ ਰੋਸ ਕਰਨਾ ਫਿਰ ਦਿਖਾਤਾ ਨੇ ਕਿ ਨਹੀਂ ਬੋਦੀ ਵਾਲਾ ਤਰ੍ਹਾਂ ਦਿਖਾਤਾ ਉਹ ਵੀ ਠੀਕ ਆ ਤੁਸੀਂ ਨਹੀਂ ਆਪਦੇ ਨੈਸ਼ਨਲ ਮੀਡੀਆ ਤੇ ਦਿਖਾਉਂਦੇ ਉਹ ਗੱਲ ਵੱਖ ਹੈ ਪਰ ਸੱਚ ਤਾਂ ਸੱਚ ਹੈ ਨਾ ਮੋਦੀ ਨੂੰ ਨੀਂਦ ਨਹੀਂ ਆਈ ਰਾਤ ਨੂੰ ਜਿੱਦੇ 25 ਤਰੀਕ ਨੂੰ ਇੱਥੇ ਪੂਰੇ ਪੰਜਾਬ 'ਚ ਪੰਜਾਬ ਬੰਦ ਦਾ ਧਰਨਾ ਦਿੱਤਾ ਸੀ ਜੇ ਦੂਜੇ ਦਿਨ ਵੀ ਉੱਠ ਕੇ ਬੋਲਿਆ ਨਾ ਵੀ ਗੁੰਮਰਾਹ ਕਰ ਰਹੇ ਨੇ ਤਾਂ ਤੁਸੀਂ ਇਹ ਸੋਚ ਲਓ ਵੀ ਉਹ ਬੌਂਦਲਿਆ ਹੋਇਆ ਵੀ ਹੱਲ ਕਿਵੇਂ ਨਾ ਕਰੀਏ ਤੇ ਤੁਸੀਂ ਇਦਾਂ ਹੀ ਡਟੇ ਰਹੇ 2-4 ਦਿਨਾਂ ਦੇ ਵਿੱਚ ਸੁਨੇਹਾ ਆਉਣ ਵਾਲਾ ਉਧਰੋਂ ਤਾਂ ਕਰਕੇ ਅਸੀਂ ਕਿਸਾਨ ਜਥੇਬੰਦੀਆਂ ਨੂੰ ਸਮਰਥਨ ਦਿੱਤਾ ਕਿਉਂਕਿ ਸਾਡੀ ਗੱਲ ਹੈ ਜਿਹੜੀ ਅਸੀਂ ਨਹੀਂ ਕਰ ਸਕਦੇ ਸਾਡਾ ਉਹ ਕੀਤਾ ਨਹੀਂ ਗੱਲ ਰੱਖਣੀ ਆ ਉਹਨਾਂ ਨੇ ਸੋ ਜਿੱਥੇ ਵੀ ਕਿਸਾਨ ਜਥੇਬੰਦੀਆਂ ਵੀਰੇ ਬੁਲਾਉਣਗੇ ਅਸੀਂ ਆਪਣੀਆਂ ਸੋਸ਼ਲ ਸਾਈਟਾਂ ਦੀ ਥਾਵੇਂ ਜਾਂ ਤੁਹਾਨੂੰ ਆ ਕੇ ਧਰਨਿਆਂ 'ਚ ਦੱਸ ਦਾਂਗੇ ਉੱਥੇ ਪਹੁੰਚਣਾ ਹੈ ਕਿਤੇ ਇਹ ਨਾ ਹੋਵੇ ਵੀ ਕਲਾਕਾਰਾਂ ਦੇ ਇਕੱਠ 'ਚ ਪਹੁੰਚ ਗਏ ਤੇ ਕਿਸਾਨ ਯੂਨੀਅਨ ਦੇ ਇਕੱਠ 'ਚ ਪਹੁੰਚੇ ਨਾ ਫੇਰ ਤਾਂ ਯਾਰ ਸ਼ਰਮ ਦੀ ਗੱਲ ਆ ਜੇ ਆਪਾਂ ਉਹਨਾਂ ਦੇ ਮੋਢੇ ਨਾਲ ਨਾ ਮੋਢਾ ਲਾ ਕੇ ਚੱਲੇ ਸੋ ਇੰਨੀਆਂ ਕੁ ਗੱਲਾਂ ਕਰਦਾ ਹੋਇਆ ਬਾਈ ਮੈਂ ਤੁਹਾਡੇ ਤੋਂ ਆਗਿਆ ਲਊਂਗਾ ਸੋ ਕੱਲ ਕਿਸਾਨ ਜਥੇਬੰਦੀਆਂ ਨਾਲ ਅਸੀਂ ਇੱਕ ਵਾਅਦਾ ਕਰਕੇ ਆਏ ਸੀ ਕਿ ਸਾਡੇ 'ਚ ਜੋਸ਼ ਹੈ ਸਾਡਾ ਅਸੀਂ ਨੌਜਵਾਨਾਂ ਨੂੰ ਇਕੱਠਾ ਕਰ ਸਕਦੇ ਹਾਂ ਪਰ ਅਸੀਂ ਵਧੀਆ ਤਰੀਕੇ ਨਾਲ ਹੋ ਸਕਦਾ ਇੰਨੇ ਵਧੀਆ ਤਰੀਕੇ ਨਾਲ ਆਪਦੀ ਗੱਲ ਰੱਖ ਨਾ ਸਕਦੇ ਹੋਈਏ ਕਿਉਂਕਿ ਇਹ ਸਾਡਾ ਕਿੱਤਾ ਨਹੀਂ ਸਾਡਾ ਪ੍ਰੋਫੈਸ਼ਨ ਨਹੀਂ ਤਾਂ ਕਰਕੇ ਤੁਸੀਂ ਸਾਡੇ ਨਾਲ ਇਹਨਾਂ ਮੁਜ਼ਾਹਰਿਆਂ ਤੇ ਚੱਲੋ ਸੋ ਅੱਜ ਸਾਡੇ ਕਿਸਾਨ ਜਥੇਬੰਦੀ ਤੋਂ ਜਗਜੀਤ ਸਿੰਘ ਦੱਲੇਵਾਲ ਸਾਡੇ ਵਿਚਕਾਰ ਪਹੁੰਚੇ ਨੇ ਉਹ ਪ੍ਰੋਪਰਲੀ ਤਰੀਕੇ ਨਾਲ ਤੁਹਾਨੂੰ ਇਹ ਮਾਰੂ ਬਿੱਲ ਜਿਹੜੇ ਸਾਡੇ ਤੇ ਥੋਪੇ ਗਏ ਨੇ ਉਹਨਾਂ ਦਾ ਨੁਕਸਾਨ ਦੱਸਣਗੇ ਅਸੀਂ ਇਹ ਪਹਿਲ ਕੀਤੀ ਹੈ ਕਿਸਾਨ ਜਥੇਬੰਦੀਆਂ ਨਾਲ ਤੇ ਕਲਾਕਾਰ ਭਰਾਵਾਂ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਣ ਦੀ ਸੋ ਤੁਸੀਂ ਇਸ ਦਾ ਸਮਰਥਨ ਕਰਨਾ ਜਿਵੇਂ ਅਸੀਂ ਸਮਰਥਨ ਕੀਤਾ ਤੁਸੀਂ ਵੀ ਸਮਰਥਨ ਕਰਨਾ ਬਾਈ ਜੀ ਉਹਨਾਂ ਦੀ ਗੱਲ ਨੂੰ ਬੜੇ ਗੌਰ ਨਾਲ ਸੁਣਨਾ ਹੈ ਆਓ ਜੀ परम सत्कारयोग मेरे बहुत ही प्यारे नौजवान साथियों सब तो पहला तो मैं इन्हां मुंडियां दा तह दिलों धन्नवादी हाँ जिन्हां ने अज उस वेले आके तुहाडी बांह फड़ी है मैं तुहाडी बांह इस करके कह रहा हैं कि ये जिंदगी मौत का सवाल है ये ऑर्डीनेंस कोई खेड नहीं किते ऐ ना समझ लो जे कि कोई पल दो पल की खेड है ये प्यारे बच्चों तुहाडा भविख विगाड़न की खेड है तुहाडी मौत के वारंटां ते साइन हो चुके हैं जिस गल नूं लैके लड़ रहे हैं तो मैं एक गल तुहानूं दस दियां भुलेखा सब तो पहला मैं कढ़ दिया क्योंकि बहुत सारिਆਂ ਦੇ मन च स्टार्टिंग च आए जे गल आउण लग पैंदी भी यूनीअन वाले आ गए तो खमणी ये सारे उहो जे होणगे भुलेखा कढ़ लियो थोड़े जे दिन पहला जिद्दां आपां 15 तरीक नूं जाम लाया है उस दिन 16 तरीक नूं प्रोग्राम सीगा कि लोक सभा दे विच इहदे ते बहस होनी है प्रोग्राम दिता सीगा कि लोक सभा दा जाके घिराओ करना है उहदा विरोध करना है उत्थे जाके नारे लाउणे आ ते प्यारिओ सानू दिल्ली दी पुलिस बार बार क्योंकि दास ते जिम्मेवारी स्टेट दी है
ਸਾਡੇ ਨੰਬਰ ਉਹਨਾਂ ਕੋਲੇ ਹੁੰਦੇ ਆ, ਬਾਰ-ਬਾਰ ਇਹ ਕਹਿ ਰਹੇ ਸੀ ਜੀ ਇੱਥੇ 44 ਲੱਗੀ ਹੈ, ਇੱਥੇ ਇਹ ਹੈ, ਇੱਥੇ ਉਹ ਹੈ, ਪਰਚੇ ਦਰਜ ਹੋਣਗੇ, ਕਾਰਵਾਈਆਂ ਹੋਣਗੀਆਂ। ਲੇਕਿਨ ਦੋਸਤੋ ਸਾਡੇ ਘਰੇ ਵੀ ਤੁਹਾਡੇ ਵਰਗੇ ਨਿੱਕੇ ਨਿੱਕੇ ਜੰਮੇ ਐ। ਸਾਨੂੰ ਪਤਾ ਹੈ ਕਿ ਤੁਹਾਡੀ ਜ਼ਿੰਦਗੀ ਤੁਸੀਂ ਜਿਉਂਦੇ ਤਾਂ ਰਹਿਣਾ ਹੈ ਜੇ ਅਸੀਂ ਤੁਹਾਡੇ ਮੂਹਰੇ ਲੱਗ ਕੇ ਮਰਨ ਲਈ ਤਿਆਰ ਹੋਵਾਂਗੇ ਤਾਂ ਤੁਸੀਂ ਜਿਉਂਦੇ ਰਹੋਗੇ। ਜੇਕਰ ਅਸੀਂ ਸਾਡੇ ਜਿਹੜੇ ਬਾਪ ਆ, ਜਿਹੜੇ ਦਾਦੇ ਆ, ਜੇ ਅਸੀਂ ਮਰਨ ਤੋਂ ਪਿੱਛਾ ਵੱਟ ਗਏ ਤਾਂ ਮੇਰਾ ਖਿਆਲ ਹੈ ਸਾਡੀ ਆਉਣ ਵਾਲੀ ਜਨਰੇਸ਼ਨ, ਸਾਡੀ ਨਸਲ, ਸਾਡੀ ਪੀੜ੍ਹੀ ਜਿਉਂਦੀ ਨਹੀਂ ਰਹਿ ਸਕਦੀ। ਇਹ ਗੱਲ ਦਾ ਸਾਨੂੰ ਤਸੱਲੀ ਹੋ ਚੁੱਕੀ ਹੈ ਕਿਉਂਕਿ ਜਿਹੜੇ ਫੈਸਲੇ ਆ ਰਹੇ ਹੈ, ਜਿਹੜੇ ਕਾਨੂੰਨ ਆ ਰਹੇ ਹੈ, ਉਹਨਾਂ ਦਾ ਫਿਰ ਅਸੀਂ ਵਿਰੋਧ ਕਰਨ ਦੇ ਲਈ ਬਿਨਾਂ ਕਿਸੇ ਗੱਲ ਦੀ ਝਿਜਕ ਤੋਂ ਦਿੱਲੀ ਦੇ ਵਿੱਚ ਪਹੁੰਚੇ ਆ। ਉੱਥੇ ਅਸੀਂ ਗ੍ਰਿਫਤਾਰੀਆਂ ਹੋਈਆਂ, ਸਾਡੇ ਤੇ ਪਰਚੇ ਪਏ ਆ, ਨੈਸ਼ਨਲ ਡਿਜ਼ਾਸਟਰ ਵਰਗੇ ਪਰਚੇ ਪਏ ਆ, ਲੇਕਿਨ ਕੋਈ ਪਰਵਾਹ ਨਹੀਂ ਪਿਆਰਿਓ। ਜੇਲ੍ਹ ਜਾਣਾ ਜਾਵਾਂਗੇ, ਲਾਠੀਆਂ ਖਾਣੀਆਂ ਖਾਵਾਂਗੇ। ਤੁਸੀਂ ਇੱਕ ਐਨਾ ਸਮਝੋ ਜੇ ਕਿ ਮੈਂ ਕੋਈ ਹਾਂ ਤੇ ਤੁਸੀਂ ਖਮਣੀ ਕਿਹਦੇ ਧੀਆਂ ਪੋਤਾ ਨਹੀਂ, ਤੁਸੀਂ ਸਾਰੇ ਸਾਡੇ ਬੱਚੇ ਆ, ਸਾਡੇ ਧੀਆਂ ਪੋਤਾ ਹੈ। ਤੁਹਾਡੇ ਤੋਂ ਪਹਿਲਾਂ ਅਗਰ ਮਰਨ ਦੀ ਗੱਲ ਆਏਗੀ ਤਾਂ ਮੇਰੀ ਮੌਤ ਹੋਏਗੀ। ਫਿਰ ਮੇਰੀ ਹੱਥ ਬੰਨ ਕੇ ਬੇਨਤੀ ਆ, ਫਿਰ ਨਾ ਪਿੱਛੇ ਨੂੰ ਅੱਗੇ ਨੂੰ ਪਿੱਛਾ ਵੇਖਿਓ, ਫਿਰ ਸਾਰਾ ਪੰਜਾਬ ਇੱਕ ਥਾਂ ਤੇ ਪਲੇਟਫਾਰਮ ਤੇ ਖੜਾ ਨਜ਼ਰ ਆਵੇ। ਮੇਰੇ ਦੋਸਤੋ, ਮੇਰੇ ਪਿਆਰੇ ਬੱਚਿਓ, ਇਹ ਗੱਲ ਮੈਂ ਕਿਉਂ ਕਹੀ ਹੈ? ਅਸੀਂ ਇੱਥੋਂ ਤੱਕ ਗੱਲ ਸਾਨੂੰ ਪਹੁੰਚੀ ਨਜ਼ਰ ਆ ਰਹੀ ਹੈ। ਆਹ ਸਟੇਜ ਆ ਜਿਹੜੀ ਤੁਹਾਡੀ ਇਹਨਾਂ ਮੁੰਡਿਆਂ ਨੇ ਅਰੇਂਜ ਕੀਤੀ ਹੈ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਆ ਕੱਲ ਸਾਡੀ ਮੀਟਿੰਗ ਦੇ ਵਿੱਚ ਆ ਕੇ ਸਾਡੇ ਨਾਲ ਇਹ ਗੱਲ ਕਹੀ ਕਿ ਬਾਪੂ ਜੀ ਅਸੀਂ ਤੁਹਾਡੇ ਨਾਲ ਹੈ, ਅਸੀਂ ਨੌਜਵਾਨਾਂ ਨੂੰ ਇਕੱਠੇ ਕਰ ਸਕਦੇ ਹਾਂ, ਲੇਕਿਨ ਜਿਹੜੀ ਗੱਲ ਹੈ ਉਹ ਗੱਲ ਸਾਨੂੰ ਨਹੀਂ ਪਤਾ, ਸਾਰੇ ਇਹਨਾਂ ਨੂੰ ਦੱਸਣ ਵਾਸਤੇ ਤੁਸੀਂ ਪਹੁੰਚਿਓ। ਅੱਜ ਇਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਤੁਸੀਂ ਪਹੁੰਚੋ, ਮੈਂ ਪਹੁੰਚਿਆ। ਗੱਲ ਗੌਰ ਨਾਲ ਸਮਝ ਲਓ ਸਾਰੇ ਨੌਜਵਾਨੋ, ਇੱਕ ਗੱਲ ਦਾ ਮੈਨੂੰ ਪਹਿਲਾਂ ਜਵਾਬ ਦਿਓ ਸਾਰੇ ਜਾਣੇ ਇਮਾਨਦਾਰੀ ਨਾਲ, ਜ਼ਮੀਨ ਰੱਖਣ ਦੇ ਹੱਕ ਚ ਹੋ ਕੇ ਜਾਣ ਦਿਏ ਰੱਖਣੀ ਹੈ? ਧਿਆਨ ਨਾਲ ਸੁਣਿਓ, ਇਹ ਆਰਡੀਨੈਂਸ ਕਿਉਂ ਆਏ ਤੇ ਆਰਡੀਨੈਂਸਾਂ ਦੇ ਵਿੱਚ ਕੀ ਹੈ? ਦੋ ਗੱਲਾਂ ਦਾ ਪਹਿਲਾਂ ਧਿਆਨ ਕਰ ਲਓ। ਜਿਹੜੇ ਲੋਕ ਇਹ ਕਹਿੰਦੇ ਆ ਕਿ ਇਹ ਜਿਹੜੇ ਆਰਡੀਨੈਂਸ ਆ, ਜਿਹੜੇ ਕਾਨੂੰਨ ਆ, ਲੋਕ ਪੱਖੀ ਆ, ਕਿਸਾਨ ਪੱਖੀ ਆ, ਕਹਿਣ ਵਾਲਿਆਂ ਨੂੰ ਮੇਰਾ ਚੈਲੰਜ ਆ, ਜਦੋਂ ਮਰਜ਼ੀ ਜੀ ਦਾ ਜੀ ਕਰਦਾ ਹੈ ਸਾਡੇ ਨਾਲ ਟੇਬਲ ਤੇ ਬੈਠ ਕੇ ਬਹਿਸ ਕਰ ਲੈ ਦੇ ਤੇ ਇੱਕ ਵੀ ਲਾਈਨ ਕੱਢ ਕੇ ਵਿਖਾ ਦੇਣ ਕਿਸਾਨ ਪੱਖੀ, ਲੋਕ ਪੱਖੀ, ਤਾਂ ਅਸੀਂ ਸਿਰ ਝੁਕਾ ਦੇਾਂਗੇ ਉਹਨਾਂ ਦੇ ਮੂਹਰੇ। ਇਹਦੇ 'ਚ ਲੈਣਾ ਦੇਖੋ ਕੀ ਲਿਖਿਆ, ਕੀ ਇਹਦੇ 'ਚ ਪਿਆਰਿਓ ਇਹ ਗੱਲ ਲਿਖੀ ਹੈ, ਇਹਦੇ 'ਚ ਕਿਹਾ ਕਿ ਕੰਪਨੀਆਂ ਆ ਕੇ ਤੁਹਾਡੀ ਫਸਲ ਖਰੀਦਣਗੀਆਂ। ਪਹਿਲੀ ਗੱਲ। ਅਗਲੀ ਗੱਲ ਕੀ ਹੈ ਜਿਹੜੀ ਸਭ ਤੋਂ ਖਤਰਨਾਕ ਹੈ, ਉਹ ਇਹ ਹੈ ਕਿ ਅਗਰ ਕਿਸਾਨ ਦਾ ਤੇ ਖਰੀਦਦਾਰ ਦਾ ਡਿਸਪਿਊਟ ਹੋ ਗਿਆ, ਝਗੜਾ ਹੋ ਗਿਆ ਪੈਸੇ ਲੈਣ ਦੇ ਮਾਮਲੇ ਤੇ, ਤਾਂ ਕਿਸਾਨ ਕੋਰਟ ਨਹੀਂ ਜਾ ਸਕਦਾ। ਇਹ ਮੈਨੂੰ ਦੱਸੋ ਇਹ ਕਿਸਾਨ ਪੱਖੀ ਲਾਈਨ ਹੈ? ਜਿਹੜੇ ਲੋਕ ਇਹ ਕਹਿੰਦੇ ਆ ਕਿਸਾਨ ਪੱਖੀ ਹੈ, ਇਹ ਲਾਈਨ ਨੂੰ ਅੰਦਾਜ਼ਾ ਲਾ ਕੇ ਦੱਸੋ ਸਾਡੇ ਕਿਸਾਨਾਂ ਦਾ ਕੋਰਟ ਜਾ ਕੇ ਆਪਦਾ ਹੱਕ ਲੈ ਲੈਣ ਦਾ ਅਧਿਕਾਰ ਖੋਲਿਆ ਜਿਸ ਆਰਡੀਨੈਂਸ ਇਸ ਕਾਨੂੰਨ ਦੇ ਜ਼ਰੀਏ, ਉਹਨੂੰ ਕਿਵੇਂ ਅਸੀਂ ਮੰਨਾਂਗੇ ਕਿਸਾਨ ਪੱਖੀ ਹੈ? ਅਗਲੀ ਗੱਲ ਇੱਕ ਹੋਰ ਨੋਟ ਕਰਿਓ, ਸਾਡੇ ਰੌਲੇ ਪੈਂਦੇ ਸੀ, ਨਿੱਕੇ ਮੋਟੇ ਝਗੜੇ ਹੋ ਜਾਂਦੇ ਸੀ, ਸਾਡਾ ਆਮ ਲੈਣ ਦੇਣ ਦੇ ਝਗੜੇ ਹੁੰਦੇ ਰਹੇ, ਸਾਡੇ ਪੱਖ 'ਚ ਭੁਗਤਦਾ ਸੀ ਕੀ? ਮਾਰਕੀਟ ਕਮੇਟੀ ਦਾ ਰਿਕਾਰਡ। ਅਗਰ ਮਾਰਕੀਟ ਕਮੇਟੀ ਦਾ ਰਿਕਾਰਡ ਨੇ, ਮਾਰਕੀਟ ਕਮੇਟੀ ਦਾ ਕਾਨੂੰਨ ਨੇ ਕਿਤੇ ਇਹ ਕਹਿਤਾ ਤੁਹਾਡੇ ਪੱਖ 'ਚ ਜਾ ਕੇ ਕੋਰਟ 'ਚ ਭੁਗਤ ਗਿਆ ਕਿ ਇਹ ਕਿਸਾਨ ਦੀ ਫਸਲ ਇੱਥੇ ਵਿਕੀ ਹੈ, ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਤੁਹਾਡੇ ਪੈਸੇ ਮਾਰ ਜਾਂਦੀ, ਤੁਹਾਨੂੰ ਪੈਸੇ ਮਿਲਦੇ ਸੀ। ਤੇ ਇੱਥੇ ਕੀ ਕੀਤਾ? ਤੁਹਾਡੇ ਨੂੰ ਲੁੱਟਣ ਵਾਲਿਆਂ ਨੂੰ, ਤੁਹਾਨੂੰ ਲੁੱਟਣ ਵਾਲਿਆਂ ਨੂੰ ਪਿਆਰਿਓ ਮਾਰਕੀਟ ਕਮੇਟੀ ਦੇ ਇਹਨਾਂ ਕਾਨੂੰਨਾਂ ਤੋਂ ਮੁਕਤ ਕਰਤਾ ਕਿ ਮਾਰਕੀਟ ਕਮੇਟੀ ਦਾ ਕੋਈ ਕਾਨੂੰਨ ਤੁਹਾਡੇ ਤੇ ਲਾਗੂ ਨਹੀਂ ਹੁੰਦਾ। ਦੂਜੀ ਗੱਲ ਇਹ ਖਤਰਨਾਕ ਹੈ। ਤੀਸਰੀ ਗੱਲ ਅਗਲੀ ਨੋਟ ਕਰਿਓ, ਬਹੁਤ ਖਤਰਨਾਕ ਗੱਲ ਹੈ। ਕੀ ਹੈ? ਤੁਹਾਡੇ ਨਾਲ ਇਹ ਜਿਹੜੇ ਆਰਡੀਨੈਂਸ ਹੈ ਨਾ, ਇਹ ਤਿੰਨ ਇਸ ਤਰ੍ਹਾਂ ਪਦਾਮ ਸ਼ਬਦ ਸਮਝਦੇ ਹੋ ਬੱਚਿਆਂ? ਨਹੀਂ ਪਤਾ ਲੱਗਣਾ, ਮੇਰਾ ਖਿਆਲ ਸਿਆਣੀ ਉਮਰ ਦੇ ਨੂੰ ਪਤਾ ਲੱਗੂਗਾ। ਲੱਕੜ ਨੂੰ ਪਦਾਮ ਪੈਂਦਾ ਹੁੰਦਾ ਨਾ, ਪਦਾਮ ਪਾ ਕੇ ਇੱਕ ਦੂਜੀ ਦੇ ਵਿੱਚ ਲੱਕੜਾਂ ਫਿੱਟ ਕੀਤੀ ਹੁੰਦੀ ਹੈ, ਪਤਾ ਨਹੀਂ ਲੱਗਦਾ ਜੋੜ ਕਿੱਥੇ ਹੈ। ਇਹ ਤਿੰਨੇ ਆਰਡੀਨੈਂਸ ਐ ਫਿੱਟ ਕੀਤੇ ਹੋਏ ਆ ਇੱਕ ਦੂਜੇ ਦੇ ਵਿੱਚ। ਇੱਕ ਦਾ ਇੱਕ ਨੇ ਆਪਦਾ ਕੰਮ ਕੀਤਾ, ਉਹ ਪਾਸੇ ਹੋ ਗਿਆ, ਦੂਜੇ ਦੀ ਵਾਰੀ ਆ ਗਈ, ਉਹਨੇ ਕੰਮ ਕਰਨਾ ਸ਼ੁਰੂ ਕਰਤਾ। ਸੋ ਮੈਂ ਬੇਨਤੀ ਕਰਾਂ, ਜਿਹੜਾ ਅਗਲਾ ਆਰਡੀਨੈਂਸ ਹੈ ਉਹਦੇ ਵਿੱਚ ਕੀ ਹੈ? ਉਹਦੇ ਵਿੱਚ ਕੰਪਨੀਆਂ ਨੇ ਤੁਹਾਡੀ ਜ਼ਮੀਨ ਲੀਜ਼ ਤੇ ਲੈਣੀ ਹੈ। ਅਗਲੇ ਆਰਡੀਨੈਂਸ ਦੇ ਵਿੱਚ ਇਹ ਗੱਲ ਕਹੀ ਹੈ
ਕਰਕੇ ਇਹਨਾਂ ਨੂੰ ਕੰਟਰੈਕਟ ਫਾਰਮਿੰਗ ਨੂੰ ਅਲਾਉ ਕੀਤਾ ਜਾਂਦਾ ਹੈ। ਕੰਟਰੈਕਟ ਫਾਰਮਿੰਗ ਦੋ ਤਰੀਕਿਆਂ ਨਾਲ ਹੁੰਦੀ ਹੈ, ਜਾਂ ਤਾਂ ਤੁਹਾਨੂੰ ਕਹਿਣਗੇ ਕਿ ਆਹ ਫਸਲ ਬੀਜ ਲਓ, ਤੁਹਾਡੇ ਨਾਲ ਕੰਟਰੈਕਟ ਕਰਦੇ ਆ, ਇਸ ਰੇਟ ਤੇ ਖਰੀਦਾਂਗੇ। ਇੱਕ ਕੰਟਰੈਕਟ ਦਾ ਇਹ ਹੁੰਦਾ ਹੈ। ਦੂਸਰਾ ਕੰਟਰੈਕਟ ਹੈ, ਇੱਥੋਂ ਤੁਹਾਨੂੰ ਘਰਕਾਉਣਾ ਹੈ, ਕਹਿਣਗੇ ਪਹਿਲੀਆਂ 'ਚ ਕਿ ਤੁਹਾਨੂੰ ਫਸਲ ਅਸੀਂ ਦੱਸਦੇ ਆ, ਫਸਲ ਤੁਸੀਂ ਬੀਜੋ, ਅਸੀਂ ਤੁਹਾਨੂੰ ਰਸਤਾ ਦਿੰਨੇ ਆ, ਫਸਲ ਬੀਜੋ ਇੰਨੇ ਰੇਟ ਤੇ ਖਰੀਦਾਂਗੇ। ਲੇਕਿਨ ਕੀ ਹੋਏਗਾ ਉਸ ਵੇਲੇ ਜਦੋਂ ਤੁਸੀਂ ਫਸਲ ਪੈਦਾ ਕਰ ਲਈ, ਉਸ ਵੇਲੇ ਫਿਰ ਇੱਕ ਆਊਗਾ ਗੱਲ ਕਿ ਜਿਹੜੀ ਤੁਹਾਡਾ ਜਿਹੜਾ ਕੰਟਰੈਕਟ ਦੇ ਵਿੱਚ ਲਿਖਿਆ ਹੈ, ਇਹਦੇ 'ਚ ਲਿਖਿਆ ਹੈ ਕਿ ਅਗਰ ਤੁਹਾਡੀ ਫਸਲ ਆ ਸ਼ਰਤਾਂ ਪੂਰੀਆਂ ਕਰਦੀ ਹੈ ਤਾਂ ਜਿਹੜਾ ਰੇਟ ਅਸੀਂ ਕਿਹਾ ਸੀ ਉਸ ਤੇ ਖਰੀਦਾਂਗੇ, ਅਗਰ ਨਹੀਂ ਪੂਰੀਆਂ ਕਰਦੀ ਤਾਂ ਇਸ ਰੇਟ ਤੇ ਨਹੀਂ ਖਰੀਦੀ ਜਾਏਗੀ। ਉਸ ਤਰੀਕੇ ਦੇ ਨਾਲ ਤੁਹਾਡੀ ਫਸਲ ਰੋਲਣਗੇ ਭਰਾਵੋ। ਤੁਹਾਨੂੰ ਮਿੱਟੀ ਦਾ ਭਾਅ ਫਸਲ ਸਿੱਟਣੀ ਪੈਣੀ ਹੈ। ਜਦੋਂ ਮਿੱਟੀ ਦੇ ਭਾਅ ਫਸਲ ਸਿੱਟੀ ਸਾਡੇ ਕਿਸਾਨਾਂ ਨੇ, ਥੱਕ ਜਾਗੇ, ਅਖੀਰ ਹੋ ਜਾਏਗੀ ਸਾਡੀ। ਜਦੋਂ ਅਖੀਰ ਹੋਈ ਫਿਰ ਇੱਕ ਆਉਣਗੇ ਲਾਟ ਸਾਹਿਬ ਇਹਨਾਂ ਦੇ, ਤੁਹਾਡੇ ਪਿੰਡਾਂ ਦੇ ਵਿੱਚ ਖੜ ਖੜ ਕੇ ਹੋਕੇ ਦੇਣਗੇ ਕਿ ਅਸੀਂ ਜ਼ਮੀਨ ਠੇਕੇ ਤੇ ਲੈਣ ਨੂੰ ਤਿਆਰ ਹਾਂ, ਜ਼ਮੀਨ ਠੇਕੇ ਤੇ ਲੈਣ ਨੂੰ ਤਿਆਰ ਹਾਂ। ਉਦੋਂ ਪਹਿਲਾਂ ਗਰਾਊਂਡ ਦੇਖਿਓ ਕਿਸ ਤਰ੍ਹਾਂ ਤਿਆਰ ਕਰਦੇ ਆ। ਗਰਾਊਂਡ ਦੇਖਿਓ, ਜਿਹੜਾ ਪਹਿਲਾ ਆਰਡੀਨੈਂਸ ਹੈ ਉਹਦੇ ਵਿੱਚ ਕਿਹਾ ਗਿਆ ਕਿ ਮੰਡੀ ਦੇ ਬਾਹਰ ਇੱਕ ਹੋਰ ਮੰਡੀ, ਧਿਆਨ ਨਾਲ ਸੁਣਿਓ ਮੇਰੀ ਗੱਲ ਨੌਜਵਾਨੋ, ਤੁਹਾਡੇ ਕੰਮ ਦੀ ਗੱਲ ਹੈ। ਇੱਕ ਤਾਂ ਆਹ ਮੰਡੀ ਹੈ, ਇੱਕ ਦੇ ਬਾਹਰਲੇ ਪਾਸੇ ਇੱਕ ਹੋਰ ਮੰਡੀ ਹੈ, ਖੁੱਲੀ ਮੰਡੀ। ਔਰ ਉਸ ਮੰਡੀ ਦੇ ਵਿੱਚ ਜਿਹੜੇ ਆ ਕੇ ਖਰੀਦਣਗੇ ਉਹਨਾਂ ਦੇ ਮਾਰਕੀਟ ਕਮੇਟੀ ਦਾ ਕੋਈ ਕਾਨੂੰਨ ਨਹੀਂ ਲਾਗੂ ਹੋਏਗਾ। ਜਿਹੜੇ ਆ ਕੇ ਖਰੀਦਣਗੇ ਉਹ ਤੁਹਾਡੀ ਫਸਲ ਲੈ ਕੇ, ਤੁਹਾਡਾ ਪੈਸਾ ਲੈ ਕੇ ਭੱਜ ਜਾਣ, ਤੁਸੀਂ ਕੋਰਟ ਨਹੀਂ ਜਾ ਸਕੋਗੇ। ਜਿਹੜੇ ਆ ਕੇ ਉਹ ਤੁਹਾਡੀ ਫਸਲ ਖਰੀਦਣਗੇ ਉਹਨਾਂ ਨੂੰ ਦੇਖਿਓ ਕਿੱਡੀ ਰਿਆਇਤ ਕੀਤੀ ਹੈ, ਛੋਟ ਦਿੱਤੀ ਹੈ ਕਿ ਉਹਨਾਂ ਨੂੰ ਮਾਰਕੀਟ ਫੀਸ ਨਹੀਂ ਪਏਗੀ। ਹੁਣ ਮਾਰਕੀਟ ਫੀਸ ਸਾਡੇ ਆਮ ਕਿਸਾਨਾਂ ਦੇ ਵਿੱਚ ਬੋਲ ਕੇ ਚਲੇ ਜਾਈਏ, ਨਹੀਂ ਸਮਝ ਆਉਂਦੀ ਗੱਲ। ਇਹਨੂੰ ਸਮਝੋ ਜੇ ਬਰੀਕੀ ਨਾਲ ਇਹ ਕਿੱਡਾ ਵੱਡਾ ਤੁਹਾਡੇ ਲਈ ਧੋਖਾ ਤੇ ਬੰਬ ਸਿੱਟਿਆ ਜਾ ਰਿਹਾ ਹੈ। ਮਾਰਕੀਟ ਫੀਸ 1 ਕੁਇੰਟਲ ਕਣਕ ਦੇ ਉੱਤੇ 164 ਰੁਪਏ ਪੈਂਦੀ ਹੈ। ਉਹਦੇ ਤੋਂ ਮਾਫੀ ਮਿਲ ਗਈ ਉਹਨਾਂ ਨੂੰ। ਉਹਨਾਂ 164 ਰੁਪਈਆਂ ਦੇ ਵਿੱਚੋਂ ਮੰਡੀ ਦੇ ਬਾਹਰ ਖੜਾ ਵਪਾਰੀ ਜਿਹਦੇ ਕੋਲੇ ਕੇਵਲ ਇੱਕ ਪੈਨ ਕਾਰਡ ਜ਼ਰੂਰੀ ਹੈ, ਔਰ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਉਹਨੂੰ, ਉਹ ਆ ਕੇ ਹੋਕਾ ਦੇਗਾ ਕਿ ਮੈਂ ਤੇਰੀ ਫਸਲ ਅੰਦਰਲੇ ਰੇਟ ਨਾਲੋਂ, ਸਰਕਾਰੀ ਰੇਟ ਨਾਲੋਂ 64 ਰੁਪਏ ਵੱਧ ਰੇਟ ਦੇ ਕੇ ਖਰੀਦਣਾ, ਬੋਲ ਵੇਚਣ ਨੂੰ ਤਿਆਰ ਹੈ। ਮੇਰਾ ਖਿਆਲ ਹੈ ਸਾਡਾ ਕਿਸਾਨ ਉੱਥੇ 64 ਰੁਪਏ ਦੇ ਲਾਲਚ ਨਾਲ ਫਸਲ ਉਹਨੂੰ ਵੇਚੇਗਾ ਕਿ ਨਹੀਂ ਵੇਚੇਗਾ? ਬੋਲਿਓ, ਵੇਚੇਗਾ ਨਾ? ਫਸਲ ਵੇਚਤੀ। ਹੁਣ ਮੈਂ ਤੁਹਾਨੂੰ ਇਹ ਪਹਿਲੇ ਦੱਸਣ ਲੱਗਿਆ, ਕਾਲੇ ਜਿੱਦਾਂ ਨਹੀਂ ਪੈਂਦਾ, ਮਨ ਕਾਲਾ ਜਿੱਦਾਂ ਨਹੀਂ ਪੈਂਦਾ, ਠੀਕ ਹੈ। ਤੁਹਾਨੂੰ ਇਹ ਪਹਿਲਾ ਆਰਡੀਨੈਂਸ ਦੇਖੋ ਕਿੱਥੇ ਲੈ ਕੇ ਜਾਂਦਾ ਹੈ। ਮੰਡੀ ਦੇ ਵਿੱਚ ਫਸਲ ਬਾਹਰ ਵੇਚਤੀ, 2 ਸਾਲ ਦਾ ਰਿਕਾਰਡ ਚੱਕਣਗੇ ਕਿ ਐਫਸੀਆਈ ਨੇ ਕਿੰਨਾ ਮਾਲ ਖਰੀਦਿਆ। 2 ਸਾਲ ਦਾ ਰਿਕਾਰਡ ਚੱਕਣਗੇ ਕਿ ਮਾਰਕੀਟ ਕਮੇਟੀ ਦੇ ਥਰੂ ਕਿੰਨਾ ਮਾਲ ਵਿਕਿਆ। ਤੇ ਰਿਕਾਰਡ ਕੀ ਬੋਲੇਗਾ? ਨੈਲਾ, ਕੋਈ ਨਾ ਮਾਰਕੀਟ ਕਮੇਟੀ ਦੇ ਥਰੂ ਵਿਕਿਆ ਹੈ, ਨਾ ਕੋਈ ਐਫਸੀਆਈ ਨੇ ਖਰੀਦਿਆ ਹੈ। फिर उपरों फरमान आएगा ये मार्केट कमेटियां की कोई लोड़ नहीं है, चिट्टा हाथी है। फिर फरमान आएगा एफसीआई की कोई लोड़ नहीं, ये चिट्टे हाथी ने दोने। ये अदारे जो खत्म होए मेरे प्यारे बच्चों, उस वेले तुहाडी मौत शुरू हो जानी है, इत्थों शुरू होनी है। बापू जी रणनीति अपनी साडे साडे बिहार की तुसीं सिचुएशन का पता है ना, थोड़े पैसों के लुटे जाते लोग। साडी जो फसल का रेट डाउन होया, मने एक पले जो फसल का रेट डाउन होया, नोट करियो गल जिहड़ी मैं हुण दस्सण लगा है। मोदी ने वायदा पूरा करना तुहाडे नाल, एक की वायदा कि तुहाडी इनकम किसानों डबल की या नहीं की, यह कहना उसने। सुनियो किवें करदा इनकम डबल। जो प्यारिओ तुहाडी फसल 800 नूं 1000 नूं विकी, तुहाडी जमीन का ठेका की होएगा? आ 60,000 ठेका नहीं होएगा। ठेका की होएगा? 15,000 18,000 14,000 16,000 यही होएगा। जो रेट घट के 800 रुपये ते आ गया, ठेका भी डिगेगा। जो ठेका डिगया फिर आना मेरे मित्रों, उन्होंने लोगों ने तुहानू कंट्रैक्ट फार्मिंग दे राही तुहाडी जमीन ते कब्जा करन दे लई तुहानू कहणगे पिंड जाके 40,000 नूं तुहाडी जमीन ठेके ते लैने आ, किसानों देण नूं तैयार हो। मेरा ख्याल है एक दूजे तो मूहरे जा जाके पहली असीं ठेके ते देवांगे। ते फिर मोदी जी की कहूगा कि भाइयों आपके साथ वायदा किया था, इनकम डबल करेंगे, की या नहीं की?
आप कहेंगे कि मोदी जी कहोगे ना? हाँ, इस गल ते अड़े रहना है, इस गल ते अड़े रहना है कि लख यतन ला ले कोई ਅਸੀਂ ਆਪਦੀ ਜ਼ਮੀਨ ਦੋ ਗੱਲਾਂ ਦਾ ਧਿਆਨ ਰੱਖਿਓ। ਹੁਣ ਜਿਹੜੀ ਗੱਲ ਮੈਂ ਅਗਲੀ ਕਹਿਣੀ ਚਾਹਣਾ ਹੈ ਲਾਸਟ ਦੇ ਵਿੱਚ, ਤੁਹਾਡੀ ਜ਼ਮੀਨ ਜਾਣੀ ਹੈ, ਤੁਹਾਡੀ ਜ਼ਮੀਨ ਜਾਣੀ ਹੈ, ਮੇਰੀ ਹੱਥ ਬੰਨ ਕੇ ਬੇਨਤੀ ਹੈ ਤਕੜੇ ਹੋ ਜਾਓ। ਇੱਕ ਤਾਂ ਲੱਖ ਯਤਨ ਕਰ ਲੈ ਕੋਈ ਤੁਹਾਨੂੰ ਵੱਧ ਰੇਟ ਦੇਣ ਨੂੰ, ਫਸਲ ਮਾਰਕੀਟ ਕਮੇਟੀ ਦੇ ਰਿਕਾਰਡ ਦੇ ਥਰੂ ਉੱਥੇ ਵੇਚੋ, ਜਾ ਕੇ ਸਰਕਾਰ ਨੂੰ ਵੇਚੋ, ਅਦਾਰੇ ਨਾ ਟੁੱਟ ਜਾਣ ਕਿਤੇ, ਪਹਿਲੀ ਗੱਲ। ਦੂਸਰੀ ਜਿਹੜੀ ਗੱਲ ਹੈ ਕਿ ਮੇਰੇ ਦੋਸਤੋ, ਜਿਵੇਂ ਇੱਕ ਕਹਾਵਤ ਹੈ, ਕਮਲਾ ਨਾ ਮਾਰੀਏ ਕਮਲੇ ਦੀ ਮਾਂ ਮਾਰੀਏ। ਤੁਹਾਡੀ ਜ਼ਮੀਨ ਕੌਣ ਲੈ ਕੇ ਜਾ ਰਿਹਾ? ਮੋਦੀ ਨਹੀਂ ਲਿਜਾ ਰਿਹਾ, ਅਡਾਨੀ ਤੇ ਅਬਾਨੀ ਲੈਣ ਆ ਰਹੇ। ਅਡਾਨੀ ਤੇ ਅਬਾਨੀ, ਅਡਾਨੀਆਂ ਤੇ ਅਬਾਨੀਆਂ ਦੇ ਹਰ ਪ੍ਰੋਡਕਟ ਦਾ ਬਾਈਕਾਟ ਕਰੋ। ਮੇਰੀ ਹੱਥ ਬੰਨ ਕੇ ਬੇਨਤੀ ਹੈ, ਇਸ ਗੱਲ ਤੇ ਤਕੜੇ ਹੋ ਜਾਓ। ਦਾ ਬਾਈਕਾਟ ਕਰੋ, ਪ੍ਰੋਪਰ ਬਾਈਕਾਟ ਕਰੋ। ਇਹਨਾਂ ਜਿੰਦਾਬਾਦ ਜਿੰਦਾਬਾਦ। ਇਹਨਾਂ ਦੇ ਸਿਮ ਬਹੁਤ ਮੈਂ ਵੇਖ ਰਿਹਾ ਵੱਡੀ ਗਿਣਤੀ ਦੇ ਵਿੱਚ। ਜਿਸ ਦਿਨ ਦਾ ਐਲਾਨ ਹੋਇਆ ਸਾਡੇ ਨੌਜਵਾਨਾਂ ਨੇ ਇਹਨਾਂ ਦੇ ਸਿਮ ਕੱਢ ਕੇ ਸਿੱਟਨੇ ਬਾਹਰ ਕੀਤੇ ਆ। ਮੈਂ ਧੰਨਵਾਦੀ ਉਹਨਾਂ ਬੱਚਿਆਂ ਦਾ, ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਅੱਜ ਤੱਕ ਇਹ ਕਰਤਾ। ਤੋਂ ਮੇਰੀ ਅਗਲੀ ਬੇਨਤੀ ਕੀ ਆ, ਇਸ ਗੱਲ ਦਾ ਧਿਆਨ ਨਾਲ ਸੁਣ ਲਿਓ। ਇਹਨਾਂ ਦਾ ਆਪਾਂ ਕਰਨਾ ਹੈ, ਇਹਨਾਂ ਦਾ ਆਪਾਂ ਕਰਨਾ ਬਾਈਕਾਟ। ਇੱਕ ਤਾਂ ਇਹ ਆ ਰਣਨੀਤੀ, ਅਗਲੀ ਰਣਨੀਤੀ ਕੀ ਹੈ ਉਹ ਸੁਣਿਓ ਧਿਆਨ ਨਾਲ। ਆਪਾਂ ਕੱਲ ਤੋਂ ਧਿਆਨ ਦਿਓ ਮੇਰੇ ਨੌਜਵਾਨ ਬੱਚਿਓ, ਕੱਲ ਤੋਂ ਰੇਲਵੇ ਟਰੈਕ ਜਾਮ ਕਰਨੇ ਆ। ਉਨੀ ਦੇਰ ਤੱਕ ਨਹੀਂ ਛੱਡਣਾ ਜਿੰਨੀ ਦੇਰ ਤੱਕ ਮੋਦੀ ਗੋਡਨੀਆਂ ਨਹੀਂ ਹੋ ਜਾਂਦਾ। ਨਹੀਂ ਛੱਡਣਾ ਚਾਹੇ ਕੁਛ ਹੋ ਜੇ। 1 ਤਰੀਕ ਤੋਂ ਬੈਠਣਾ ਆਪਾਂ ਮੋਰਚੇ ਗੱਡ ਕੇ। ਪਰਸੋਂ 1 ਤਰੀਕ ਮੇਰਾ ਖਿਆਲ ਨਹੀਂ, ਮੇਰਾ ਖਿਆਲ ਕੱਲ ਨੂੰ ਹੋ ਜਾਣੀ ਹੈ। ਕੱਲ ਨੂੰ ਹੀ ਹੈ। ਨੌਜਵਾਨੋ, ਇੱਕ ਮੈਂ ਹੱਥ ਬੰਨ ਕੇ ਤੁਹਾਡੀ ਮਿਹਨਤ ਕਰਦਾ, ਬੇਨਤੀ ਹੈ ਮੇਰੀ, ਮੈਂ ਤੁਹਾਡੇ ਬਾਪ ਦੀ ਉਮਰ ਦਾ ਯਾਰ। ਧਿਆਨ ਰੱਖਿਓ, ਤੁਹਾਡਾ ਜੋਸ਼ ਤੇ ਹੋਸ਼ ਦੋਹਾਂ ਦੀ ਲੋੜ ਹੈ। ਔਰ ਤੁਹਾਡੀ ਜ਼ਿੰਦਗੀ ਦੀ ਲੋੜ ਹੈ। ਤੁਹਾਡੀ ਜ਼ਿੰਦਗੀ ਵਾਸਤੇ ਇਹ ਜ਼ਿੰਦਗੀ ਮੌਤ ਦੀ ਲੜਾਈ ਲੜਨ ਲੱਗੇ ਆ। ਤੇ ਜੇ ਅਸੀਂ ਲੋਕਾਂ ਦੇ ਮਗਰ ਲੱਗ ਕੇ ਕੋਈ ਐਸੇ ਹਾਲਾਤ ਪੈਦਾ ਕਰ ਲੇ ਜਿਹਦੇ ਨਾਲ ਤੁਹਾਨੂੰ ਸਰਕਾਰਾਂ ਨੂੰ ਮੌਕਾ ਮਿਲੇ, ਉਹ ਕੋਈ ਐਸਾ ਹਾਲਾਤ ਨਹੀਂ ਪੈਦਾ ਕਰਨਾ। ਆਪਾਂ ਸ਼ਾਂਤੀ ਦੇ ਵਿੱਚ ਰਹਿਣਾ ਹੈ, ਸ਼ਾਂਤੀ ਦੇ ਵਿੱਚ ਰਹਿੰਦਿਆਂ ਹੋਇਆ ਲੜਾਈ ਜਿੱਤਣੀ ਹੈ। ਕਿਤੇ ਸਰਕਾਰ ਨੂੰ ਐਸਾ ਮੌਕਾ ਨਹੀਂ ਦੇਣਾ ਕਿ ਤੁਹਾਡੇ ਤੇ ਲਾਠੀ ਚਾਰਜ ਕਰੇ, ਸਰਕਾਰ ਨੂੰ ਮੌਕਾ ਨਹੀਂ ਦੇਣਾ ਕਿ ਤੁਹਾਡੇ ਤੇ ਗੋਲੀਆਂ ਚਲਾਵੇ, ਸਰਕਾਰ ਨੂੰ ਐਸਾ ਕੋਈ ਮੌਕਾ ਨਹੀਂ ਦੇਣਾ ਕਿ ਤੁਹਾਡੇ ਤੇ ਕੇਸ ਪਾ ਕੇ ਤੁਹਾਡੇ ਤੇ ਤਰ੍ਹਾਂ ਦੇ ਮੁਕੱਦਮੇ ਚਲਾ ਕੇ ਤੁਹਾਨੂੰ ਜੇਲ੍ਹਾਂ 'ਚ ਬੰਦ ਕਰੇ। ਇਹਦੇ ਲਈ ਅਸੀਂ ਬੈਠੇ ਹਾਂ, ਇਹ ਅਸੀਂ ਚੱਲਾਂਗੇ। ਤੁਸੀਂ ਤਾਂ ਸਿਰਫ ਤਕੜੇ ਹੋ ਕੇ ਇਹਨਾਂ ਵੱਡੇ ਇਕੱਠਾਂ ਨੂੰ ਵੱਡੇ ਕਰਨਾ ਹੈ। ਔਰ ਨੌਜਵਾਨੋ, ਮਗਰਲੇ ਨੌਜਵਾਨਾਂ ਨੂੰ ਲੈ ਕੇ ਆਓ। ਤੁਸੀਂ ਬਹੁਤ ਵੱਡਾ ਸਬੂਤ ਦਿੱਤਾ ਮੈਨੂੰ। ਮੈਂ ਕੱਲ ਪ੍ਰੈਸ ਦੇ ਉੱਤੇ ਸ਼ਾਇਦ ਕਿਸੇ ਨੇ ਮੇਰੀ ਇੰਟਰਵਿਊ ਵੀ ਸੁਣੀ ਹੋਵੇ, ਮੈਂ ਠੋਕ ਕੇ ਇਹ ਗੱਲ ਕਹੀ ਹੈ। ਔਰ ਉਸ ਦਿਨ ਦਾ ਹੀ ਮੈਂ ਕਹਿੰਦਾ ਆ ਰਿਹਾ ਕਿ ਜਿਹੜੇ ਸਾਡੇ ਨੌਜਵਾਨਾਂ ਨੂੰ ਅੱਜ ਤੱਕ ਇਹ ਕਹਿੰਦੇ ਰਹੇ ਆ ਕਿ ਸਾਡੇ ਪੰਜਾਬ ਦੇ ਨੌਜਵਾਨ ਨਸ਼ੇੜੀ ਹੋ ਗਏ ਆ, ਅੱਜ ਸਿੱਧ ਕਰਤਾ ਨੌਜਵਾਨਾਂ ਨੇ ਕਿ ਨਸ਼ੇੜੀ ਨਹੀਂ ਇਹ ਜ਼ਿੰਮੇਵਾਰ ਹੈ, ਇਸ ਧਰਤੀ ਦੇ ਲਾਲ ਹੈ, ਇਹ ਧਰਤੀ ਦੇ ਰਾਖੇ ਹੈ, ਰਾਖੀ ਕਰਨਗੇ, ਰਾਖੀ ਕਰਨ ਦੇ ਲਈ ਮਰ ਮਿਟਣਗੇ। ਤਾਂ ਅਸੀਂ ਤੁਹਾਡੇ ਮੂਹਰੇ ਆਂ, ਇਸ ਗੱਲ ਲਈ ਸਾਡਾ ਪਰਨਾ ਤੁਹਾਡੇ ਨਾਲ, ਹਰ ਕਦਮ ਦੇ ਉੱਤੇ ਤੁਹਾਡੇ ਨਾਲ ਕਦਮ ਲਾ ਕੇ ਚੱਲਾਂਗੇ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਾਬਾਦ। ਪਹਿਲਾਂ ਤਾਂ ਜ਼ਿੰਦਾਬਾਦ। ਪਹਿਲਾਂ ਤਾਂ ਬਾਪੂ ਜੀ ਜਿਹੜੀ ਗੱਲ ਕਰਕੇ ਗਏ ਆ, ਕੱਲੀ ਗੱਲ ਖਾਨੇ ਪਾਉਣ ਵਾਲੀ ਹੈ। ਇਹ ਤਾੜੀਆਂ ਤੇ ਕੂਕਾਂ ਤੋਂ ਬਹੁਤ ਉੱਪਰਲੀ ਗੱਲ ਹੈ, ਸਮਝਣ ਦੀ ਗੱਲ ਹੈ ਜੋ ਹੋਇਆ। ਇਦੋਂ ਬਾਅਦ ਜੋ ਵੀ ਰਣਨੀਤੀ ਹੋਊਗੀ, ਕੋਈ ਵੀ ਪਲੈਨਿੰਗ ਹੋਊਗੀ, ਤੁਹਾਡੇ ਨਾਲ ਸਾਂਝੀ ਕਰਦੀ ਰਵਾਂਗੇ। ਆਪਦੇ ਸੋਸ਼ਲ ਮੀਡੀਆ ਥਰੂ ਵੀ ਕਰਦੇ ਰਵਾਂਗੇ, ਕਿਸਾਨ ਯੂਨੀਅਨ ਦੇ ਥਰੂ ਵੀ ਕਰਦੇ ਰਵਾਂਗੇ। ਜਿਵੇਂ ਅਗਲੀ ਪਲੈਨਿੰਗ ਹੋਊਗੀ ਭਾਈ 2-2 4-4 ਦਿਨ ਲਾ ਕੇ ਜਾਣੇ ਨੇ ਵੀ ਕੱਪੜੇ ਸਾਰਿਆਂ ਨੇ। ਪਹਿਲਾਂ ਤਾਂ ਇੱਕ ਗੱਲ ਦਾ ਮੇਰੇ ਨਾਲ ਵਾਅਦਾ ਕਰੋ, ਇੱਥੇ ਜਿੰਨੇ ਵੀ ਬੈਠੇ ਆ, ਜੇ ਤੁਸੀਂ ਮੈਨੂੰ ਆਪਦਾ ਮੰਨਦੇ ਹੋ, ਸਾਰਿਆਂ ਨੇ ਜੇ ਮੋਰਚੇ ਲੱਗਦੇ ਆ ਸਕਸੈਸਫੁਲ ਆਪਾਂ ਤਾਂ ਹੀ ਹੋਣਗੇ। 1 ਤਰੀਕ ਤੋਂ ਲੱਗਣੇ ਆ ਤਾਂ ਹੀ ਸਕਸੈਸਫੁਲ ਹੋਣਗੇ ਜੇ ਆਪਾਂ ਸਾਰੇ ਆਪਦੀ ਜ਼ਿੰਮੇਵਾਰੀ ਸਮਝ ਕੇ 2-2 4-4 ਦਿਨ ਉੱਥੇ ਲਾ ਕੇ ਆਵਾਂਗੇ। ਆਪਦੇ ਲੀੜੇ ਕੱਪੜੇ ਨਾਲ ਚੱਕ ਕੇ ਤੁਰਿਓ। ਅੱਧਿਆਂ ਨੇ ਸੋਚਣਾ ਬਈ ਲੀੜੇ ਕੱਪੜੇ ਦੀ ਲੋੜ ਨਹੀਂ, ਮੋਬਾਈਲ ਦਾ ਚਾਰਜਰ ਚੱਕ ਲਾਂਗੇ ਉਹੀ ਬਹੁਤ ਹੈ। ਮੇਰਾ ਵੀਰ, ਦੂਜੀ ਗੱਲ ਜਿਹੜੀ ਜੀਓ ਵਾਲੀ ਪਲੈਨਿੰਗ ਸੀ, ਪਹਿਲਾਂ ਜੀਓ ਵੰਡਿਆ ਫਰੀ ਵੰਡਿਆ, ਅੱਜ ਲਾਤਾ ਰੇਟ।
ਅੱਜ ਆ ਉਹਦੇ ਪੈਸੇ, ਅੱਜ ਆ ਉਹਦਾ ਪੈਕੇਜ। ਇਹ ਮਿੱਠੀਆਂ ਗੋਲੀਆਂ ਤੋਂ ਮੇਰਾ ਵੀਰ ਬਚਿਓ। ਮੈਂ ਤੁਹਾਨੂੰ ਵਾਰ-ਵਾਰ ਇੱਕ ਗੱਲ ਦੁਬਾਰੇ ਕਹਿਣਾ ਵੀ ਹੁਣ ਜਿਹੜੇ ਅਗਲੇ 2 ਸਾਲ ਹੈ ਇਹਦੇ 'ਚ ਕੀ ਹੋਣਾ, ਇੱਕ ਪ੍ਰੋਸੈਸ ਦੇ ਥਰੂ, ਪਲੈਨਿੰਗ ਦੇ ਥਰੂ, ਜਿਹੜਾ ਵੀ ਟੀਵੀ ਖੋਲਿਆ ਕਰੋਗੇ ਉੱਥੇ ਕੀ ਚੱਲਿਆ ਕਰਨਾ ਹੈ, ਗਲਤ ਪ੍ਰੂਵ ਕੀਤਾ ਜੀ, ਆਪਦੇ ਆਪ ਨੂੰ ਸਹੀ ਪ੍ਰੂਵ ਕਰਨ 'ਚ ਕਾਮਯਾਬ ਰਹੇ ਮੋਦੀ ਸਾਹਿਬ। ਧਰਨੇ ਵਾਲਿਆਂ ਨੂੰ ਮੱਤਾਂ ਦੇਣਗੇ ਵੀ ਤੁਹਾਨੂੰ ਨਹੀਂ ਸੀ ਪਤਾ, ਅਸੀਂ ਤੁਹਾਡੇ ਲਈ ਕੀਤਾ ਸੀ। ਮਿੱਠੀਆਂ ਗੋਲੀਆਂ ਤੋਂ ਬਚਣਾ। ਅਖੀਰ 'ਚ ਮੁੱਦਾ ਕੁਰਸੀ ਦਾ, ਅਖੀਰ 'ਚ ਮੁੱਦਾ ਜਿੱਤਣ ਜਿਤਾਉਣ ਤੱਕ ਦਾ। ਆਪਣੇ ਤੱਕ ਕੋਈ ਨਹੀਂ, ਆਪਣੇ ਤੱਕ ਤਾਂ ਅਗਲੇ ਇਹ ਤਾਂ ਫੋਨ ਲਾ ਕੇ ਸੁਣਦੇ ਆ, ਯਾਰ ਅੱਜ ਕਿੰਨਾ ਕੁ ਇਕੱਠ ਸੀ, ਅੱਛਾ ਫਿਰ ਲਾਠੀ ਚਾਰਜ ਕੀਤਾ, ਕਿੰਨੇ ਅਕਦੇ ਪਈਆਂ, ਅੱਛਾ ਭੱਜ ਗਏ। ਇਹ ਤਾਂ ਰਾਤ ਨੂੰ 60 ml ਦੇ ਪੈਗ ਲਾ ਕੇ ਸਲਾਹਾਂ ਕਰਦੇ ਆ। ਇਹ ਤਾਂ ਜਦੋਂ ਲਹੂ ਦੀ ਗੱਲ ਚੱਲਦੀ ਹੈ ਨਾ, ਉਸ ਵੇਲੇ ਆਪਦੇ ਪੈਗ 'ਚ ਬਰਫ਼ ਪਾਉਂਦੇ ਆ। ਇਹ ਇੱਥੇ ਆਪਦੇ ਦਾਦੇ, ਇੱਥੇ ਆਪਦੇ ਪਿਓ ਧਰਨਿਆਂ 'ਤੇ ਜਾਂਦੇ। ਇੱਕ ਮੈਂ ਮੁੰਡੇ ਖੁੰਡਿਆਂ ਨੂੰ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਜੇ ਤੁਸੀਂ ਯਾਰ ਵਾਕਈ ਸਾਨੂੰ ਪਿਆਰ ਕਰਦੇ ਹੋ ਨਾ, ਇੰਟਰਨੈਟ ਤੇ ਜਾ ਕੇ ਕਲਾਕਾਰਾਂ ਪਿੱਛੇ ਕਮੈਂਟੀ ਹੋਣ ਦੀ ਬਜਾਏ ਵੀ ਫਲਾਨਾ ਘੈਂਟ ਹੈ, ਫਲਾਨਿਆਂ ਤੂੰ ਐਵੇਂ ਹੀ ਆ ਯਾਰ, ਉਹ ਬਾਲਾ ਘੈਂਟ ਹੈ। ਵੀਰੇ ਆਪਦੀ ਪਸੰਦ ਜ਼ਰੂਰ ਰੱਖੋ, ਪਰ ਜਿਹੜੀ એનર્ਜੀ ਹੈ ਇਹਨੂੰ ਅੱਜ ਲਾਓ, ਅੱਜ ਤੁਹਾਡੀ ਲੋੜ ਆ। ਜਿਹੜੇ ਕਮੈਂਟ ਕਲਾਕਾਰਾਂ ਵਾਲੇ ਪਾਸੇ ਨੂੰ ਨੈਗੇਟਿਵ ਕਰਦੇ ਨੇ ਉਹ ਮੋਦੀ ਵਾਲੇ ਪਾਸੇ ਨੂੰ ਕਰ ਦਿਓ। ਜਿਹੜੇ ਮੇਰੇ ਵੀਰ ਕਮੈਂਟ ਜਿਹਨੂੰ ਨੈਗੇਟਿਵ ਕਰਨ ਦਾ ਬਹੁਤ ਥੋੜਾ ਜਿਹਾ ਹੁੰਦਾ ਹੈ ਵੀ ਬਾਈ ਮੈਂ ਰਹਿ ਨਹੀਂ ਸਕਦਾ, ਮੇਰਾ ਤਾਂ ਗੂਠਾ ਕੰਮ ਕਰੂਗਾ, ਉਹ ਫਿਰ ਇੱਧਰ ਕਮੈਂਟ ਕਰੋ ਨਾ ਵੀ ਤੁਸੀਂ ਸਾਡਾ ਸੱਤਿਆਨਾਸ਼ ਕਰਤਾ। ਉਧਰ ਨੂੰ ਜਾਣ ਦਿਓ, ਉਹ ਸੈਂਟਰ ਤੱਕ ਗੱਲ ਭੇਜੋ ਨਾ ਵੀ ਤੁਸੀਂ ਸਾਡਾ ਜਲੂਸ ਕੱਢਤਾ। ਸੋਸ਼ਲ ਮੀਡੀਆ ਤੇ ਵੀ ਜਾਵੇਗਾ। ਅੰਨਦਾਤਾ ਅਸੀਂ, ਅੰਨਗਾਈਏ ਅਸੀਂ, ਵੱਡੀਆਂ ਵੱਡੀਆਂ ਮੁਹਾਵਰੇ ਵਰਤਦੇ ਹੋ ਸਾਡੇ। ਡਾਂਗਾ ਕੌਣ ਖਾਂਦਾ? ਅਸੀਂ। ਧੁੱਪੇ ਕੌਣ ਬਹਿੰਦਾ? ਫੇਰ ਅਸੀਂ। ਨਿਬੜਦਾ ਕੀ ਹੈ? ਕੱਖ ਨਹੀਂ। ਸਾਰਾ ਅੱਜ ਪਹਿਲਾਂ ਤਾਂ ਪੰਜਾਬ ਦੇ ਮੀਡੀਆ ਦਾ ਮੈਂ ਧੰਨਵਾਦ ਕਰਦਾ, ਘੱਟੋ ਘੱਟੇ ਭਰਾਵਾਂ ਨੇ ਆਪ ਸਾਨੂੰ ਫੋਨ ਕੀਤੇ ਵੀ ਤੁਸੀਂ ਜਿੱਥੇ ਜਿੱਥੇ ਜਾ ਰਹੇ ਹੋ ਸਾਨੂੰ ਲੋਕੇਸ਼ਨ ਭੇਜੋ, ਅਸੀਂ ਉੱਥੇ ਆ ਕੇ ਆਪ ਸਾਰਾ ਕਵਰ ਕਰਾਂਗੇ। ਆ ਜਿੰਨਾ ਮੀਡੀਆ ਇੱਥੇ ਖੜਾ ਇਹਨਾਂ ਲਈ ਤਾੜੀਆਂ ਹੋ ਜਾਣ ਇੱਕ ਵਾਰੀ। ਹਰੇਕ ਬੰਦੇ ਨੂੰ ਆਪਦੀ ਡਿਊਟੀ ਸਮਝਣੀ ਪੈਣੀ ਹੈ। ਜਿਵੇਂ ਮੈਂ ਗੱਲ ਸ਼ੁਰੂ ਕੀਤੀ ਸੀ, ਕੈਂਸਰ ਨਾਲ ਮੇਰੀ ਮਾਤਾ ਦੀ ਮੌਤ ਹੋਈ ਹੈ, ਕੈਂਸਰ ਨਾਲ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਲੱਖਾਂ ਰੁਪਈਆ ਇੱਕ ਮਿਡਲ ਕਲਾਸ ਫੈਮਿਲੀ ਦਾ ਲੱਖਾਂ ਰੁਪਈਆ ਲੱਗ ਜਾਂਦਾ ਤੇ ਉਹਨਾਂ ਦਾ ਬੰਦਾ ਵੀ ਨਹੀਂ ਬਚਦਾ। ਜਿਹਦੇ ਘਰੇ ਬਿਮਾਰੀ ਆ, ਦੁਸ਼ਮਣ ਦੇ ਘਰੇ ਵੀ ਨਾ ਆਵੇ, ਇਹੀ ਅਰਦਾਸ ਕਰਦਾ। ਪਹਿਲਾਂ ਹੀ ਸਾਨੂੰ ਖੋਖਲੇ ਕਰਤਾ, ਪਹਿਲਾਂ ਡਰੱਗ ਤੇ, ਫਿਰ ਪਾਣੀ ਵਾਲੇ ਤੇ, ਫਿਰ ਕੈਂਸਰ ਤੇ। ਰਹਿੰਦਾ ਖੁੰਦਾ ਇੱਕ ਆਪਣੇ ਕੋਲੇ ਜਿਹੜੀ ਪੂੰਜੀ ਸੀ ਜ਼ਮੀਨ। ਸਾਰਾ ਕੁਝ ਸਾਡਾ ਯਾਰ, ਮਰਜ਼ੀ ਇਹਨਾਂ ਦੀ। ਐਂ ਕਿਵੇਂ? ਇੱਥੇ ਦੂਜੀ ਗੱਲ, ਕਲਾਕਾਰ ਆਰਟਿਸਟ ਅਸੀਂ ਬਾਅਦ ਚ। ਸਾਨੂੰ ਬਣਾਉਣ ਵਾਲਾ ਕੌਣ ਹੈ? ਸਾਨੂੰ ਬਣਾਉਣ ਵਾਲੇ ਤੁਸੀਂ ਹੋ, ਸਾਨੂੰ ਪਿਆਰ ਕਰਨ ਵਾਲੇ ਤੁਸੀਂ ਹੋ। ਸਾਡੇ ਥੱਲੇ ਸਾਡਾ ਗਾਣਾ ਜੇ ਕੋਈ ਦੇਖੂਗਾ ਹੀ ਨਹੀਂ, ਅਸੀਂ ਵੀ ਕੋਈ ਖੂਹ ਖਾਤੇ ਸਿੱਟਣ ਵਾਲੇ ਨਹੀਂ। ਤੁਸੀਂ ਪਿਆਰ ਕਰਦੇ ਹੋ, ਅੱਖਾਂ ਤੇ ਬਿਠਾ ਕੇ ਰੱਖਦੇ ਹੋ, ਤਾਂ ਸਾਡਾ ਵਜੂਦ ਹੈ। ਤੁਸੀਂ ਸਾਰਾ ਦਿਨ ਆਪਣਾ ਕਿਸਾਨੀ, ਮੈਂ ਕਿਸਾਨ ਤੇ ਦੁਬਾਰਾ ਆਉਣਾ, ਮਿਡਲ ਕਲਾਸ ਵਰਗ ਤੇ ਲੋਅਰ ਮਿਡਲ ਕਲਾਸ ਵਰਗ ਤੇ ਨਿਸ਼ਾਨਾ ਸਾਧੀ ਬੈਠੇ ਆ ਇਹ। ਇਹਨਾਂ ਨੇ ਬੰਦੂਕਾਂ ਤਾਣ ਲੀਆਂ, ਇਹਨਾਂ ਨੇ ਟਾਰਗੇਟ ਸੈੱਟ ਕਰ ਲਏ ਕਿ ਸਵਾਦ ਨਾਲ ਠੋਕਾਂਗੇ। ਪਰ ਜਿਹੜਾ ਫਿਰ ਠੋਕਣ ਨੂੰ ਫਿਰਦਾ ਉਹਨੂੰ ਫਿਰ ਪਤਾ ਹੀ ਹੈ ਵੀ ਆਪਣਾ ਜਵਾਬ ਮੂਹਰੋਂ ਕੀ ਹੋਊਗਾ। ਲਾਫੜੇ ਦਾ ਜਵਾਬ ਲਾਫੜੇ ਨਾ ਦੇਵਾਂਗੇ ਬਾਈ ਓਏ। ਹੁਣ ਵੀ ਮੈਂ ਟਵੀਟ ਦੇਖੇ ਕਈ ਸੈਲੇਬ੍ਰਿਟੀਆਂ ਦੇ, ਮੈਂ ਸੈਲੇਬ੍ਰਿਟੀਆਂ ਦੇ ਟਵੀਟ ਦੇਖੇ, ਮੈਂ ਹੈਰਾਨ ਹੁੰਨਾ ਯਾਰ। ਬੰਬੇ ਵਾਲੇ ਕਈ ਸੈਲੇਬ੍ਰਿਟੀਆਂ ਨੇ ਟਵੀਟ ਕੀਤਾ, ਕਹਿੰਦੇ ਜੀ ਟੈਰਰਿਸਟ ਇਕੱਠੇ ਹੋ ਕੇ ਕੁਝ ਬੰਦੇ ਇਹਨਾਂ ਨੂੰ ਵਰਗਲਾ ਰਹੇ ਆ, ਕੁਝ ਬੰਦੇ ਇਹਨਾਂ ਨੂੰ ਧੋਖੇ 'ਚ ਰੱਖ ਰਹੇ ਆ, ਇਹਨਾਂ ਨੂੰ ਬਿੱਲ ਦਾ ਮਤਲਬ ਨਹੀਂ ਦੱਸਦੇ। ਇਹ ਹੁਣ ਮਹਾਰਾਜ ਉਹ ਪੰਜਾਬ ਨਹੀਂ, ਅੰਗਰੇਜ਼ੀ ਚੰਗੀ ਤਰ੍ਹਾਂ ਆਉਂਦੀ ਹੈ, ਇਹ ਤਾਂ ਗੂਗਲ ਕਰ ਲੈਂਦੇ ਆ, ਬਾਹਲੇ ਭੜੇ ਸਾਡੇ ਵਾਲੇ, ਇਹ ਤਾਂ ਅਰਥ ਕੱਢ ਲੈਂਦੇ ਆ। ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਇਹਨਾਂ ਨੂੰ ਆਏ ਸੀ ਕਿ ਕੱਢਤਾ। ਅੱਛਾ, ਇੱਕ ਹੋਰ ਇੰਪੋਰਟੈਂਟ ਪੁਆਇੰਟ, ਡੈਮੋਕ੍ਰੈਟਿਕ ਕੰਟਰੀ ਦੀ ਗੱਲ ਕਰਦੇ ਆ ਨਾ, ਇਹ ਲੋਕਤੰਤਰ ਦੀ ਗੱਲ ਕਰਦੇ ਆ।
ਰਾਜ ਸਭਾ ਦੇ ਵਿੱਚ ਜਦੋਂ ਬਿੱਲ ਪਾਸ ਹੋਇਆ, ਸੁਣਨ ਵਾਲੀ ਗੱਲ ਆ ਬਈ ਧਿਆਨ ਨਾਲ, ਜਦੋਂ ਕੋਈ ਵੀ ਬਿੱਲ ਪਾਸ ਹੁੰਦਾ ਹੈ, ਉਹਦੀ ਆਡੀਓ ਪ੍ਰੋਪਰ ਚਲਾਈ ਜਾਂਦੀ ਹੈ ਕਿ ਕਿਹੜੀ ਪਾਰਟੀ ਦਾ, ਕਿਹੜੇ ਐਮਪੀ ਦਾ, ਕਿਹੜੇ ਬੰਦੇ ਦਾ ਬਿੱਲ ਪ੍ਰਤੀ ਕੀ ਪ੍ਰਤੀਕਰਮ ਹੈ, ਕਿੰਨੇ ਜਾਣੇ ਇਹਦਾ ਬਾਈਕਾਟ ਕਰ ਰਹੇ ਆ, ਕਿੰਨੇ ਜਾਣੇ ਇਹਦੇ ਸਮਰਥਨ 'ਚ ਹੈ। ਤੁਸੀਂ ਦੇਖੋ ਲੋਕਤੰਤਰ ਦਾ ਇੰਨਾ ਘਾਣ ਕਰਤਾ, ਉਹ 5-10 ਮਿੰਟ ਜਿੰਨਾ ਟਾਈਮ ਬਿੱਲ ਪੇਸ਼ ਕਰਨਾ ਸੀ, ਰਾਜ ਸਭਾ ਦਾ ਆਡੀਓ ਹੀ ਬੰਦ ਕਰਤਾ, ਆਵਾਜ਼ ਹੀ ਬੰਦ ਕਰਤੀ ਵੀ ਕਿਸੇ ਤੱਕ ਇਹ ਸੁਣੇ ਨਾ। ਅੱਜ ਤੋਂ 20 ਸਾਲ ਪਹਿਲਾਂ, 15 ਸਾਲ ਪਹਿਲਾਂ ਮੈਂ ਦੇਖਦਾ ਸੀ, ਬਜ਼ੁਰਗ ਗੱਲਾਂ ਕਰਦੇ ਸੀ, ਮੈਂ ਛੋਟਾ ਜਿਹਾ ਸੀ, ਉਹ ਕਹਿੰਦੇ ਸੀ ਜਦੋਂ ਕੋਈ ਕਿਸਾਨ ਮਾਰੂ ਨੀਤੀ ਤੇ ਕਿਸਾਨ ਮਾਰੂ, ਜਦੋਂ ਕੋਈ ਵੀ ਚੀਜ਼ ਐਕਟ ਪਾਸ ਕਰਨਾ ਹੁੰਦਾ ਸੀ ਨਾ, ਉਦੋਂ ਇਹ ਅੰਗਰੇਜ਼ੀ 'ਚ ਬੋਲ ਕੇ ਸੰਬੋਧਨ ਕਰਦੇ ਸੀ ਵੀ ਜਿਹੜਾ ਗਰੀਬ ਕਿਸਾਨ ਮਜ਼ਦੂਰ ਭਰਾ ਸਾਡਾ, ਉਹਨੂੰ ਤਾਂ ਸਮਝ ਹੀ ਨਾ ਲੱਗੇ ਵੀ ਹੋ ਕੀ ਗਿਆ, ਅਖਬਾਰ ਸਾਡੇ ਆ, ਮਾਹੌਲ ਅਸੀਂ ਬਣਾ ਦੇਾਂਗੇ, ਇਹਨਾਂ ਨੂੰ ਪਤਾ ਲੱਗਣਾ ਨਹੀਂ। ਹੁਣ ਜਵਾਨੀ ਉਹ ਨਹੀਂ ਰਹੀ ਬਾਈ, ਹੁਣ ਜਵਾਨੀ ਸਾਰਾ ਕੁਝ ਜਾਣਦੀ ਹੈ। ਜੇ ਇੰਟਰਨੈਟ ਉਹਨਾਂ ਨੂੰ ਹੱਥ 'ਚ ਆਇਆ ਨਾ, ਤਾਂ ਇੰਨਾ ਵੀ ਸਾਨੂੰ ਬਦਨਾਮ ਨਾ ਕਰੋ ਵੀ ਅਸੀਂ ਕੱਲਾ ਟਿਕਟੌਕ ਹੀ ਵਰਤਣਾ ਜਾਣਦੇ ਆ। ਸਾਨੂੰ ਕੱਲੇ ਕੱਲੇ ਦਾ ਪਤਾ ਕਿਹੜੇ ਕਿਹੜੇ ਬਿੱਲ, ਜਿਵੇਂ ਬਾਪੂ ਜੀ ਦੱਸ ਕੇ ਗਏ ਆ, 3 ਬਿੱਲ ਹੈ, ਪਹਿਲੇ ਦਾ ਤੀਜੇ ਨਾਲ, ਤੀਜੇ ਦਾ ਦੂਜੇ ਨਾਲ, ਤੇ ਦੂਜੇ ਨੂੰ ਪਹਿਲੇ ਨਾਲ ਐਂ ਪਰੋਇਆ ਪਿਆ ਐਸਾ। ਇਹਨਾਂ ਨੇ ਉੱਡਮੀ ਕੈਂਚੀ ਮਾਰਨੀ ਆ ਨਾ ਆਪਾਂ ਨੂੰ, ਜਿਹੜੀ ਮਾਰਨ ਨੂੰ ਫਿਰਦੇ ਆ ਵੀ ਇੱਕ ਚੋਂ ਨਿਕਲਿਆ ਦੂਜੇ 'ਚ, ਦੂਜੇ 'ਚੋਂ ਨਿਕਲਿਆ ਤੀਜੇ 'ਚ, ਤੀਜੇ 'ਚੋਂ ਨਿਕਲਿਆ ਫਿਰ ਗਿਆ। ਹੁਣ ਨਹੀਂ, ਜਿਹੜੀ ਚੀਜ਼ ਜਦੋਂ ਆਪਾਂ ਨੂੰ ਕੋਈ ਸਟੇਜ ਤੇ ਗੱਲ ਚੰਗੀ ਨਹੀਂ ਲੱਗਦੀ, ਆਪਾਂ ਜਦੋਂ ਪੁੱਠਾ ਹੱਥ ਮਾਰਦੇ ਆ ਨਾ ਥੱਲਿਓਂ, ਇਹ ਪੁੱਠਾ ਹੱਥ ਆਪਾਂ ਹੁਣ ਉਦੋਂ ਮਾਰਨਾ ਜਦੋਂ ਮੋਦੀ ਆ ਕੇ ਭਾਸ਼ਣ ਦੇਊਗਾ ਵੀ ਚੱਲ ਸੋਸ਼ਲ ਮੀਡੀਆ ਦਾ ਯੂਜ਼ ਉਧਰ ਨੂੰ ਕਰੋ, ਸੋਸ਼ਲ ਮੀਡੀਆ ਦੀ ਤਾਕਤ ਉਧਰ ਵਰਤੋ, ਸੋਸ਼ਲ ਮੀਡੀਆ ਦੀ ਤਾਕਤ, ਕਮੈਂਟ, ਕਿਸੇ ਨੂੰ ਮੈਸੇਜ ਕਰਨਾ, ਉਹਨਾਂ ਦੇ ਸਰਕਾਰ, ਸੈਂਟਰ ਸਰਕਾਰ ਦੇ ਕੰਨਾਂ ਤੱਕ ਪਹੁੰਚਾਓ ਵੀ ਅੱਜ ਜਿਹੜੀ ਯੂਥ ਹੈ ਨਾ, ਇਹ ਅਨਪੜ੍ਹ ਨਹੀਂ ਰਹੀ, ਇਹ ਸਭ ਜਾਣਦੀ ਆ, ਇਹ ਤਾਂ ਗੂਗਲ ਤੋਂ ਕੱਢ ਕੇ ਤਸਕਰਾ ਕਰ ਲੈਂਦੀ ਆ ਪੰਜਾਬੀ 'ਚ ਵੀ ਇਹਦਾ ਹੱਲ ਕੀ ਹੈ। ਐਡੀ ਐਡੀ ਔਖੀ ਭਾਸ਼ਾ, ਐਡੀ ਐਡੀ ਸਟਰੋਂਗ ਲੈਂਗੁਏਜ ਦੇ ਵਿੱਚ ਬਿੱਲ ਸਰਕੂਲੇਟ ਕੀਤਾ ਜਾਂਦਾ ਕਿ 97% ਬੰਦਿਆਂ ਨੂੰ ਸਮਝ ਨਹੀਂ ਆਉਂਦੀ ਕਿ ਇਹਦਾ ਸਹੀ ਅਰਥ ਕੀ ਹੈ। ਬੇਵਕੂਫ ਸਮਝਣਾ ਤੇ ਬੇਵਕੂਫ ਸਮਝ ਕੇ ਥਾਪੀ ਮਾਰਨੀ, ਉਹ ਕੀਤਾ ਆਪਣੇ ਨਾਲ ਇਹਨਾਂ ਨੇ। ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਆਪਣੀਆਂ ਜ਼ਮੀਨਾਂ ਕੋਈ ਖੋਊਗਾ, ਖਿੱਚ ਕੇ ਲੈ ਕੇ ਜਾਊਗਾ, ਜਾਨ ਦੇ ਦਿਆਂਗੇ? ਜਾਨ ਦੇ ਦਾਂਗੇ? ਉੱਚੀ ਬੋਲੋ ਯਾਰ। ਆਹੀ ਜਿਹੜਾ ਤਕੜਾ ਨਾ, ਆਹੀ ਤਕੜਾ ਮਾਹੌਲ ਹੈ, ਇਹ ਹੁਣ ਮੋਰਚਿਆਂ ਤੇ ਕੱਢਾਂਗੇ। ਸਾਰੀ ਰਣਨੀਤੀ ਪਲਾਨਡ ਹੈ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਜਸ ਬਾਜਵਾ ਵੀਰ, ਰਾਜਵੀਰ ਜਵੰਦਾ ਭਰਾ, ਨੇਤ ਬਾਈ, ਸਾਡੇ ਸਾਰੇ ਆਰਟਿਸਟਾਂ ਦੀ ਮੈਂ ਇੱਕ ਗੱਲ ਕਰਨੀ ਚਾਹੁੰਦਾ। ਅਸੀਂ ਜਦੋਂ ਫੋਨ ਤੇ ਗੱਲ ਕਰਦੇ ਆ ਨਾ ਇੱਕ ਦੂਜੇ ਨਾਲ ਕਦੇ ਕਿਸੇ ਨੇ ਇਹ ਨਹੀਂ ਪੁੱਛਿਆ ਫਲਾਨਿਆਂ ਤੇਰਾ ਕਿਹੜਾ ਗਾਣਾ ਆਉਣਾ, ਫਲਾਨਿਆਂ ਤੇਰਾ ਕੀ ਆਉਣਾ। ਇੱਕ ਦੂਜੇ ਨੂੰ ਭਰਾ ਅਸੀਂ ਜਦੋਂ ਫੋਨ ਕਰਦੇ ਆ ਜਾਂ ਕਿਸੇ ਦਾ ਫੋਨ ਆਉਂਦਾ, ਹਰੇਕ ਬੰਦਾ ਐ ਕਹਿੰਦਾ ਬਈ ਵੀਰੇ ਅਗਲੀ ਕੋਈ ਪਲੈਨਿੰਗ ਕਰੀ, ਆਪਾਂ ਕਿੱਥੇ ਇਕੱਠ ਕਰੀਏ, ਅਗਲੀ ਕੋਈ ਪਲੈਨਿੰਗ ਕਰੀ, ਆਪਾਂ ਕਿਹੜੀ ਜਥੇਬੰਦੀ ਨਾਲ ਮਿਲੀਏ। ਸਹੀ ਜਥੇਬੰਦੀਆਂ ਦੀ ਨੌਲੇਜ ਕਿਸਾਨ ਯੂਨੀਅਨ ਸ਼ੁਰੂ ਤੋਂ ਹੱਕਾਂ ਲਈ ਲੜਦੀ ਆ ਰਹੀ ਹੈ। ਆ ਬਾਪੂ ਦੀ ਆਵਾਜ਼ 'ਚ ਗਟਸ ਦੇਖੋ, ਪੈਂਦਾ ਕਿ ਨਹੀਂ ਮਾਈਕ ਨੂੰ? ਬਾਪੂ ਦੇ ਨਾਂ ਤੇ ਤਾੜੀਆਂ ਲਾ ਦਿਓ ਯਾਰ ਇੱਕ। ਸਾਡੇ ਸੰਘ ਪਾੜਨ ਦਾ, ਸਾਡੇ ਬੋਲਣ ਦਾ, ਸਾਡਾ ਇੱਥੇ ਤੁਹਾਨੂੰ ਗੱਲ ਸਮਝਾਉਣ ਦਾ ਤਾਂ ਹੀ ਫਾਇਦਾ ਮੇਰੇ ਵੀਰੋ ਜੇ ਇਹਦਾ ਰਿਜ਼ਲਟ ਮਿਲੂਗਾ। ਕੂਕਾਂ ਤਾਂ ਸਾਨੂੰ ਪ੍ਰੋਗਰਾਮਾਂ ਤੇ ਵੀ ਪੈ ਜਾਂਦੀਆਂ, ਕੂਕਾਂ ਇੰਟਰਵਿਊਆਂ ਤੇ ਵੀ ਪੈ ਜਾਂਦੀਆਂ। ਅੱਜ ਕੂਕਾਂ ਲੈ ਨਹੀਂ ਆਏ, ਅੱਜ ਖੜਨਾ ਸਾਰਿਆਂ ਨੇ। ਜਮਾ ਨਹੀਂ ਕੂਕ ਮੰਗਦੇ, ਤੁਹਾਡਾ ਸਾਥ ਮੰਗਦੇ ਆ। ਹੁਣ ਵੀ ਮੈਂ ਦੁਬਾਰਾ ਕਹਿਣਾ, ਕੋਈ ਵੀ ਚੈਨਲ ਹੈ, ਕੋਈ ਵੀ ਮੀਡੀਆ ਬਿਲਕੁਲ ਇਹ ਲਿਖ ਕੇ ਨਾ ਪਾਵੇ ਵੀ ਅਮਰਤਮਾਨ, ਜਸ ਬਾਜਵਾ, ਆਰਨੇਤ, ਰਾਜਵੀਰ ਜਵੰਦਾ, ਹਰਜੋਤ ਬਾਈ ਇਹਨਾਂ ਨੇ ਕਰਿਆ ਜੀ ਇਕੱਠ। ਅਸੀਂ ਨਹੀਂ ਇਕੱਠ ਕਰਿਆ, ਇਹ ਅੰਦਰਲੇ ਦਰਦ ਆ ਜਿਹੜੇ ਘਰੋਂ ਖਿੱਚ ਖਿੱਚ ਕੇ ਲਿਆਇਆ ਤੁਹਾਨੂੰ, ਇਹ ਅੰਦਰਲੀ ਪੀੜ ਹੈ। ਇਹ ਲਿਖ ਕੇ ਪਾਇਓ ਵੀ ਗੋਨਿਆਣੇ ਦੇ ਤੇ ਆਲੇ ਦੁਆਲੇ ਪਿੰਡਾਂ ਦੇ ਜਿੰਨੇ ਵੀ ਮੇਰੇ ਵੀਰ ਭਰਾ ਕਿਸਾਨ, ਮਜ਼ਦੂਰ ਜਾਂ ਵਪਾਰੀ ਵਰਗ ਹੈ, ਉਹ ਇਕੱਠੇ ਹੋ ਕੇ ਉਹਨਾਂ ਨੇ ਸਮਰਥਨ ਦਿੱਤਾ ਕਿ ਸਾਡੇ ਨਾਲ ਧੱਕਾ ਹੋ ਰਿਹਾ। ਸਮਰਥਨ ਸਾਨੂੰ ਨਹੀਂ ਦਿੱਤਾ, ਸਮਰਥਨ ਇੱਕ ਦੂਜੇ ਨੂੰ ਦਿੱਤਾ ਵੀ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਖੜੇ ਆ। ਇੱਕ ਗੱਲ ਹੋਰ, ਜਿਨ੍ਹਾਂ ਨੂੰ ਇਹ ਭੁਲੇਖਾ, ਮੈਂ ਆਪਦੇ ਦੋਸਤ ਮੇਰੇ ਨਾਲ ਗੱਲ ਹੋਈ,
ਚਲੋ ਕਰਨੀ ਤਾਂ ਨਹੀਂ ਚਾਹੀਦੀ, ਨਾ ਨਹੀਂ ਮੈਂ ਲੈਂਦਾ, ਪਰ ਉਹਨਾਂ ਨਾਲ ਮੇਰੀ ਗੱਲ ਹੋਈ, ਉਹ ਮੈਨੂੰ ਕਹਿੰਦੇ ਉਹ ਯਾਰ ਬਾਈ ਇਹ ਤਾਂ ਉਹਨਾਂ ਨਾਲ ਹੋਇਆ ਯਾਰ, ਹੁਣ ਐ ਹੁਣ ਕਿੱਧਰ ਆਪਾਂ ਫਿਰੀ ਜਾਈਏ, ਸਰਕਾਰਾਂ ਕਿਹੜਾ ਮੰਨਦੀਆਂ। ਉਹ ਮੈਂ ਕਿਹਾ ਜੇ ਹਰੇਕ ਬੰਦਾ ਐ ਸੋਚਣ ਲੱਗ ਗਿਆ ਨਾ, ਘਰੋਂ ਧੂ ਕੇ ਕੁੱਟਿਆ ਕਰਨਗੇ ਇਹ। ਜੇ ਹਰੇਕ ਐ ਸੋਚੇ, ਮੈਂ ਇੱਕ ਵਾਰੀ ਹੋਰ ਕਹਿਣਾ, ਇਹ ਜਿਹੜਾ ਬਿੱਲ ਹੈ ਕਿਸਾਨ ਵਿਰੋਧੀ ਬਿੱਲ ਨਹੀਂ, ਇਹ ਲੋਕ ਵਿਰੋਧੀ ਬਿੱਲ ਹੈ। ਕੱਲੇ ਕੱਲੇ ਅਦਾਰੇ ਤੇ, ਕੱਲੇ ਕੱਲੇ ਮਹਿਕਮੇ ਤੇ, ਕੋਈ ਵੀ ਵਪਾਰੀ ਵਰਗ ਹੈ, ਇਹਦਾ ਸਿੱਧਾ ਸਿੱਧਾ ਅਸਰ ਹੈ। ਜਦੋਂ ਤੁਸੀਂ ਸਾਡੀਆਂ ਜ਼ਮੀਨਾਂ ਹੀ ਖੋਲੋਗੇ, ਜਦੋਂ ਤੁਸੀਂ ਸਾਨੂੰ ਆਪ ਦਾ ਬਣਦਾ ਹੱਕ ਹੀ ਨਹੀਂ ਦਿਓਗੇ, ਅਸੀਂ ਕਿਹੜੀ ਚੀਜ਼ ਤੇ ਖਰਚਾ ਕਰਾਂਗੇ? ਧੀਆਂ ਵਿਆਹ ਲਾਂਗੇ, ਕਿਵੇਂ ਵਿਆਹਾਂਗੇ? ਪੁੱਤ ਵਿਆਹ ਲਾਂਗੇ, ਕਿਵੇਂ ਵਿਆਹਾਂਗੇ? ਗੱਡੀਆਂ ਕਾਰਾਂ ਲਵਾਂਗੇ, ਕਿਵੇਂ ਲਵਾਂਗੇ? ਮੋਬਾਈਲ ਫੋਨ ਲਵਾਂਗੇ, ਕਿਵੇਂ ਲਵਾਂਗੇ? ਹਰੇਕ ਬੰਦੇ ਨੂੰ, ਹਰੇਕ ਪੰਜਾਬ ਦੇ ਬਸ਼ਿੰਦੇ ਨੂੰ ਇਸ ਵੇਲੇ ਆਪਣੀ ਜਿਹੜੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕਲਾਕਾਰਾਂ ਪਿੱਛੇ ਲੜਨਾ ਬੰਦ ਕਰੋ। ਜਿਹੜੀ ਚੀਜ਼ ਨੇ ਆਪਣੇ ਹੱਕ ਤੇ ਆਡਾ ਧਰਿਆ, ਉਹਦੇ ਅਗੇਂਸਟ ਲੜੋ। ਅਸੀਂ ਸਾਰੇ ਤੁਹਾਡੇ ਨਾਲ ਆ, ਆਪਦੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ। ਮੈਂ ਤਾਂ ਹੁਣ ਵੀ ਕਹਿਣਾ, ਗਾਣੇ ਗੂਣਿਆਂ ਨੂੰ ਛੱਡੋ। ਆਹ ਜਿਹੜਾ ਟਾਈਮ ਆ ਨਾ, ਜਿਹੜਾ ਆਹ ਟਾਈਮ ਚੱਲ ਰਿਹਾ, ਬਹੁਤ ਭੈੜੀ ਪਲੈਨਿੰਗ ਆ ਮੇਰੇ ਵੀਰ ਸਰਕਾਰ ਦੀ। ਕਿੰਨੇ ਸਾਲ ਪਹਿਲਾਂ ਹੀ ਪਲਾਂਟ ਲੱਗ ਗਏ ਸੀ, ਇਹ ਤਾਂ ਛੁਰਲੀ ਕਰੋਨੇ ਚ ਕੱਢੀ ਇਹਨਾਂ ਨੇ ਵੀ ਖਬਰੇ ਐਂ ਲੰਘ ਜੂ। ਐਂ ਕਿੱਥੇ ਲੰਘਣ ਦਿੰਦੇ ਆ? ਫਿਰ ਐਂ ਲੰਘਣ ਦੇ ਦਿਓਗੇ? ਇੱਕ ਵਾਰੀ ਕਿਸਾਨ ਯੂਨੀਅਨ ਦੇ ਨਾਂ ਤੇ ਜ਼ੋਰਦਾਰ ਤਾੜੀ ਹੋ ਜੇ। ਅੱਜ ਤੋਂ ਬਾਅਦ ਹਰਜੋਤ ਵੀਰਾ, ਮੈਂ ਨਾਰਾ ਲਵਾਉਂਗਾ ਤੁਹਾਡੇ ਤੋਂ। 3 ਨਾਰੇ ਆ, ਜਿੰਨੀ ਜਾਨ ਹੈ, ਜਿੰਨਾ ਜ਼ੋਰ ਹੈ, ਨਾਰੇ ਤੇ ਲਾ ਦਿਓ। ਆਵਾਜ਼ ਸੈਂਟਰ ਤੱਕ ਜਾਣੀ ਚਾਹੀਦੀ, ਆਪਾਂ ਹਿਲਾ ਕੇ ਰੱਖ ਦਿਆਂਗੇ। ਕਿਸਾਨ ਏਕਤਾ, ਕਿਸਾਨ ਏਕਤਾ, ਮਜ਼ਦੂਰ ਏਕਤਾ ਤੇ ਮੁਰਦਾਬਾਦ। ਤੁਹਾਨੂੰ ਪਤਾ ਹੀ ਆ ਫਿਰ ਕੌਣ ਹੈ, ਕਹਿਣ ਦੀ ਲੋੜ ਹੀ ਨਹੀਂ। ਲਾ ਨਾਰਾ, ਮਗਰ ਲਾਉਣਾ, ਲਾ ਨਾਰਾ, ਤੇਰੇ ਮਗਰ ਲਾਉਣਾ। ਮੁਰਦਾਬਾਦ, 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 ਮੁਰਦਾਬਾਦ। ਆ ਜਾਓ ਜੀ ਹਰਜੋਤ ਬਾਈ, 2 ਮਿੰਟ ਸਾਡਾ ਵੀਰ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਬਹੁਤ ਬਹੁਤ ਖੁਸ਼ੀ ਹੋਈ ਆ ਸਾਨੂੰ ਕਿ ਅੱਜ ਜਿਹੜਾ ਯੂਥ ਹੈ ਉਹ ਕਲਾਕਾਰਾਂ ਪਿੱਛੇ ਲੜ ਨਹੀਂ ਰਿਹਾ, ਬਲਕਿ ਕਲਾਕਾਰ ਸਾਰੇ ਇੱਕ ਹੋ ਗਏ ਤੇ ਯੂਥ ਇੱਕ ਹੋ ਕੇ ਸਾਡੇ ਨਾਲ ਆ ਗਿਆ। ਮੈਂ ਫੇਰ ਇਹੀ ਗੱਲ ਕਹੂੰਗਾ, ਅਸੀਂ ਤੁਹਾਡੇ ਨਾਲ ਹੈ, ਤੁਸੀਂ ਸਾਡੇ ਨਾਲ ਹੋ। ਤੇ ਜਿੰਨਾ ਚਿਰ ਇਹ ਏਕਾ ਆਪਣਾ ਬਣਿਆ ਰਹੂਗਾ, ਜਿੰਨਾ ਚਿਰ ਅਸੀਂ ਇਹਨਾਂ ਦੀਆਂ ਕੋਝੀਆਂ ਚਾਲਾਂ ਸਮਝਾਂਗੇ ਨਹੀਂ, ਤੇ ਆਪਾਂ ਕਾਮਯਾਬ ਨਹੀਂ ਹੋਵਾਂਗੇ। ਸੋ ਬਾਈ ਜੀ, ਮੈਂ ਹਰੇਕ ਵਾਰੀ ਜਿੱਥੇ ਜਾਣਾ ਇੱਕ ਗੱਲ ਜ਼ਰੂਰ ਕਹਿਣਾ ਆਪਣੀ ਸਪੀਚ ਦੇ ਵਿੱਚ ਕਿ ਇਸ ਵਾਰ ਆਪਣਾ ਅੱਡਾ ਦਿੱਲੀ ਨਾਲ ਲੱਗਿਆ। ਵੈਸੇ ਤਾਂ ਦਿੱਲੀ ਨਾਲ ਹਮੇਸ਼ਾ ਹੀ ਲੱਗਦਾ ਰਿਹਾ ਪੰਜਾਬ ਦਾ ਅੱਡਾ, ਪਰ ਸਾਡੀਆਂ ਇਸ ਵਾਰ ਜ਼ਮੀਨਾਂ ਤੇ ਕਬਜ਼ਾ ਕੀਤਾ, ਜ਼ਮੀਨਾਂ ਖੋਣ ਦੀ ਕੋਸ਼ਿਸ਼ ਕੀਤੀ ਹੈ। ਤੇ ਸਾਡਾ ਜਿਹੜਾ ਆਡਾ ਕੇਂਦਰ ਸਰਕਾਰ ਨਾਲ ਲੱਗਿਆ, ਤੇ ਇਹ ਸੈਂਟਰ ਹੈ ਜਿਹੜੀ ਸਰਕਾਰ, ਇਹਨਾਂ ਦਾ ਸਾਲ ਦਾ ਵੱਡਾ ਬਜਟ ਹੈ ਜਿਹੜਾ ਉਹ ਏਜੰਸੀਆਂ ਨੂੰ ਜਾਂਦਾ ਹੈ। ਕਿਹੜੀਆਂ ਏਜੰਸੀਆਂ ਨੂੰ? ਉਹਨਾਂ ਏਜੰਸੀਆਂ ਨੂੰ ਜਿਹੜੀਆਂ ਇਹਨਾਂ ਅੰਦੋਲਨਾਂ ਦੇ ਵਿੱਚ, ਇਹਨਾਂ ਇਕੱਠਾਂ ਦੇ ਵਿੱਚ ਸਾਡੇ ਵਿੱਚ ਬਹਿੰਦੀਆਂ ਤੇ ਦੇਖਦੀਆਂ ਕਿ ਇਹ ਇਕੱਠ ਕਾਹਦੇ ਨੇ, ਇਹਨਾਂ 'ਚ ਕੋਈ ਕੱਢਣ ਪਾਉਣ ਨੂੰ ਤੰਤ ਹੈਗਾ ਕਿ ਕਲਾਕਾਰਾਂ ਨੂੰ ਦੇਖਣ ਦੁੱਖਣ ਹੀ ਆਏ ਨੇ। ਉਹਨਾਂ ਏਜੰਸੀਆਂ 'ਚ ਜਿਹੜੇ ਇਹਨਾਂ ਇਕੱਠਾਂ ਦੇ ਵਿੱਚ ਮਜ਼ਹਬ ਦੇ ਨਾਂ ਤੇ ਲੜਾਈਆਂ ਕਰਾਉਂਦੇ ਨੇ, ਉਹਨਾਂ ਏਜੰਸੀਆਂ ਦੇ ਉੱਤੇ ਲੱਗਦਾ ਇਹਨਾਂ ਦਾ ਬਜਟ, ਜਿਹੜੇ ਇਹਨਾਂ ਇਕੱਠਾਂ ਦੇ ਵਿੱਚ, ਇਹਨਾਂ ਅੰਦੋਲਨਾਂ ਦੇ ਵਿੱਚ ਧਰਮ ਦੇ ਨਾਂ ਤੇ ਦੰਗੇ ਕਰਾਉਂਦੇ ਨੇ। ਸੋ ਇੱਕ ਵਾਰ ਇੱਕ ਗੱਲ ਕੰਨ ਖੋਲ ਕੇ ਸੁਣਿਓ ਤੇ ਸੋਚਿਓ, ਸਮਝੋ ਇਸ ਗੱਲ ਨੂੰ। ਸਾਡੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋਏ ਆ, ਅੱਗੇ ਵੀ ਇਕੱਠੇ ਹੁੰਦੇ ਰਹਾਂਗੇ। ਧਿਆਨ ਰੱਖਿਓ, ਕਿਤੇ ਕੋਈ ਗਲਤ ਬੰਦਾ, ਗਲਤ ਅਨਸਰ ਇਹਨਾਂ ਸਾਡੇ ਅੰਦੋਲਨਾਂ ਦੇ ਵਿੱਚ ਕੋਈ ਮਜ਼ਹਬ ਦੇ ਨਾਂ ਤੇ, ਕੋਈ ਧਰਮ ਦੇ ਨਾਂ ਤੇ ਕਿਤੇ ਕੋਈ ਗੱਦਾਰੀ ਨਾ ਕਰ ਜੇ, ਦੰਗੇ ਨਾ ਕਰ ਜੇ। ਜੇ ਕਿਤੇ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੈ ਤਾਂ ਬਿਨਾਂ ਸੋਚੇ ਸਮਝੇ ਰਿਐਕਟ ਨਾ ਕਰਿਓ। 1 ਮਿੰਟ ਦੇ ਲਈ, 2 ਮਿੰਟ ਦੇ ਲਈ ਦਿਮਾਗ ਤੇ ਜ਼ੋਰ ਪਾਇਓ, ਇਹ ਕੌਣ ਬੰਦੇ ਨੇ, ਕਿਉਂਕਿ ਪੰਜਾਬ ਤਾਂ ਸਾਰਾ ਇੱਕ ਹੋਇਆ ਪਿਆ।
ਅੱਜ ਇੱਥੇ ਸਾਰੇ ਜਾਣੇ ਇਕੱਠੇ ਨੇ, ਕਿਹੜੇ ਧਰਮ ਦੇ? ਆਪਾਂ ਧਰਮ ਸੋਚ ਕੇ ਆਏ ਆ, ਮਜ਼ਹਬ ਸੋਚ ਕੇ ਆਏ ਆ, ਕੀ ਸੋਚ ਕੇ ਆਏ ਆ? ਕੱਲੀਆਂ ਆਪਣੀਆਂ ਜ਼ਮੀਨਾਂ ਸੋਚ ਕੇ ਆਏ ਆ। ਅਸੀਂ ਇਹ ਸੋਚ ਕੇ ਆਏ ਆ ਕਿ ਸਾਡੇ ਖੇਤਾਂ ਤੇ ਡਾਕਾ ਮਾਰ ਰਹੇ ਨੇ। ਸੋ ਬਾਈ ਜੀ ਇਹ ਗੱਲ ਦਾ ਧਿਆਨ ਰੱਖਿਓ ਖਾਸ ਤੌਰ ਤੇ। ਮੈਂ ਕੱਲ ਇੰਟਰਨੈਟ ਤੇ ਇੱਕ ਵੀਡੀਓ ਦੇਖੀ ਮੋਦੀ ਸਾਹਿਬ ਦੀ। ਕੀ ਕਹਿ ਰਹੇ ਆ ਮੋਦੀ? कि भाइयों विद्रोह करने वाले तो विद्रोह करने के लिए विद्रोह करते हैं। ओ लख लांत तेरे देश दे राजा, ਇਹੋ ਜਿਹੇ ਰਾਜੇ ਹੁੰਦੇ ਨੇ। ਇਹ ਸੋਚਦੇ ਨੇ ਕਿ ਅਸੀਂ ਸੜਕਾਂ ਤੇ ਆਏ ਆ, ਸਾਨੂੰ ਸ਼ੌਂਕ ਹੈ, ਅਸੀਂ ਧੁੱਪਾਂ 'ਚ ਫਿਰਦੇ ਆ, ਸਾਨੂੰ ਸ਼ੌਂਕ ਹੈ। ਕਿਹਦਾ ਜੀ ਕਰਦਾ ਸੜਕਾਂ ਤੇ ਆਉਣ ਦਾ? ਕਿਹਦਾ ਜੀ ਕਰਦਾ ਧੁੱਪਾਂ 'ਚ ਮੁੜ ਕੇ ਪਸੀਨੋ ਪਸੀਨੀ ਹੋਣ ਦਾ? ਅਸੀਂ ਸਾਰੇ ਆਪਣੇ ਘਰਾਂ 'ਚ ਬੈਠ ਸਕਦੇ ਆ, ਪਰ ਬਾਈ ਜੀ ਸਾਡੀ ਜ਼ਮੀਨ ਤੇ ਡਾਕਾ ਮਾਰ ਰਹੇ ਨੇ। ਜੇ ਮੋਦੀ ਸੱਚਾ ਹੁੰਦਾ ਕਿਉਂ ਮਾਈਕ ਬੰਦ ਕਰਦਾ? ਕਿਉਂ ਚੋਰੀ ਛੁਪੇ ਸਾਈਨ ਕਰਦਾ? ਕਿਉਂ ਪਾਸ ਕਰਦਾ ਚੋਰੀ ਛੁਪੇ ਬਿੱਲ? ਉਹ ਵੀ ਕੋਈ ਸਕੀਮ ਲਾ ਸਕਦਾ ਸੀ ਕਿ ਗ੍ਰਾਮ ਪੰਚਾਇਤਾਂ ਦੇ ਵਿੱਚ ਸਰਪੰਚਾਂ ਦੇ ਕੋਲੇ ਕਿਸੇ ਤਰੀਕੇ ਨਾਲ VOTING ਸਿਸਟਮ ਹੁੰਦਾ ਕਿ ਭਾਈ ਅਸੀਂ ਆ ਬਿੱਲ ਪਾਸ ਕਰਨ ਲੱਗੇ ਆ, ਆਪਣੇ ਪਿੰਡ ਦੇ ਵਿੱਚ ਲੋਕਾਂ ਨੂੰ ਦੱਸੋ ਕਿ ਆਹ ਬਿੱਲ ਹੈ, ਕੀ ਤੁਸੀਂ ਸਹਿਮਤ ਹੋ? ਜੇ ਲੋਕ ਸਹਿਮਤ ਹੁੰਦੇ, ਜੇ ਮੈਜੋਰਟੀ ਹੁੰਦੀ ਤਾਂ ਜੀ ਸਦਕੇ ਪਾਸ ਕਰਦਾ। ਪਰ ਚੁੱਪ ਚਪੀਤੇ ਚੋਰੀ ਆਪੋਜੀਸ਼ਨ ਨੂੰ ਬਾਹਰ ਕੱਢ ਕੇ ਮਾਈਕ ਬੰਦ ਕਰਕੇ ਜਿਹੜਾ ਉਹਨਾਂ ਨੇ ਬਿੱਲ ਪਾਸ ਕੀਤਾ ਤੇ ਕਿਹੜੇ ਪਾਸੇ ਸੱਚੇ ਨੇ ਉਹ ਲੋਕ? ਇੱਕ ਵਾਰ ਫੇਰ ਕਹਿਣਾ ਕਿ ਐਦਾਂ ਹੀ ਇਕੱਠੇ ਰਹੋ, ਮਜ਼ਹਬ ਦੇ ਨਾਂ ਤੇ, ਧਰਮ ਦੇ ਨਾਂ ਤੇ ਕਦੇ ਭਟਕਿਓ ਨਾ। ਇਹ ਚੀਜ਼ਾਂ ਹੋਣਗੀਆਂ। ਵੱਡੇ ਅੰਦੋਲਨਾਂ ਨੂੰ ਫੇਲ ਕਰਨ ਦੇ ਲਈ, ਵੱਡੇ ਰੈਵੋਲੂਸ਼ਨ ਜਿਹੜੀਆਂ ਹੋਈਆਂ ਉਹਨਾਂ ਨੂੰ ਫੇਲ ਕਰਨ ਦੇ ਲਈ ਆਹੀ ਇਹਨਾਂ ਕੋਲੇ ਮੁੱਦੇ ਹੁੰਦੇ ਆ, ਧਰਮ ਤੇ ਰਾਜਨੀਤੀ। ਇਸ ਗੱਲ 'ਚ ਆਉਣਾ ਨਹੀਂ, ਇਕੱਠੇ ਰਹੋ। ਅਸੀਂ ਸਾਰੇ ਇਕੱਠੇ ਆ ਤੇ ਤੁਹਾਡੇ ਤੋਂ ਇਹੀ ਉਮੀਦ ਕਰਦੇ ਆ ਕਿ ਸਿਆਣੇ ਬਣ ਕੇ ਜੋਸ਼ ਨਾਲ ਤੇ ਹੋਸ਼ ਨਾਲ ਇਹ ਸਾਰੇ ਏਕਾ ਕਰਕੇ ਤੇ ਫੇਰ ਆਪਾਂ ਇਕੱਠੇ ਹੋ ਕੇ ਚੱਲਾਂਗੇ। ਬਾਈ ਜੀ 60-70 ਸਾਲ ਪਹਿਲਾਂ ਕੀ ਇਹਨਾਂ ਨੇ ਕਿਹਾ ਸੀ ਕਿ ਗ੍ਰੀਨ ਰੈਵੋਲੂਸ਼ਨ, ਹਰੀ ਕ੍ਰਾਂਤੀ, ਪੰਜਾਬ ਸਿਆ ਇਹ ਜਿਹੜਾ ਦੇਸ਼ ਹੈ ਹਿੰਦੁਸਤਾਨ ਇਹ ਭੁੱਖਾ ਮਰ ਰਿਹਾ ਹੈ, ਸਾਨੂੰ ਅੰਨ ਚਾਹੀਦਾ ਹੈ। ਤੇ ਅੰਨ ਦਾ ਤਾਂ ਕਿਹੜਾ ਦਿਖਿਆ ਉਹਨਾਂ ਨੂੰ? ਪੰਜਾਬ। ਤੇ ਹੁਣ ਪੰਜਾਬ ਕਿੱਥੇ ਗਿਆ? ਹੁਣ ਭੁੱਲ ਗਏ ਪੰਜਾਬ ਨੂੰ, ਕਿਉਂਕਿ ਹੁਣ ਇਹਨਾਂ ਦੀਆਂ ਲੋੜਾਂ ਪੂਰੀਆਂ ਹੋ ਗਈਆਂ। ਓਏ ਪੰਜਾਬ ਤਾਂ ਖੁੱਲੇ ਦਿਲ ਦਾ ਹੈ, ਪੰਜਾਬੀ ਤਾਂ ਖੁੱਲੇ ਦਿਲ ਦੇ ਨੇ। ਜਦੋਂ ਕਦੇ ਮਹਾਰਾਸ਼ਟਰ ਦੇ ਵਿੱਚ ਸੋਕਾ ਪਿਆ ਤਾਂ ਪੰਜਾਬ ਨੇ ਲੰਗਰ ਲਾਏ ਜਾ ਕੇ, ਜਦੋਂ ਉੜੀਸਾ ਦੇ ਵਿੱਚ ਹੜ੍ਹ ਆਏ ਤਾਂ ਪੰਜਾਬ ਨੇ ਲੰਗਰ ਲਾਏ ਜਾ ਕੇ। ਜੇ ਕਿਤੇ ਕੋਈ ਦੰਗੇ ਹੁੰਦੇ ਆ ਤਾਂ ਖਾਲਸਾ ਏਡ, ਅਸੀਂ ਪੰਜਾਬੀ ਪਹਿਲਾਂ ਪਹੁੰਚ ਜਾਂਦੇ ਆ। 2% ਵਾਲੇ ਅਸੀਂ ਪਹਿਲਾਂ ਪਹੁੰਚਦੇ ਆ। ਤੇ ਜਦੋਂ ਪੰਜਾਬ ਦੀ ਵਾਰੀ ਆਈ ਤੇ ਉਦੋਂ ਹਿੰਦੁਸਤਾਨ ਨੇ ਕਿਉਂ ਮੁੱਖ ਮੋੜਿਆ? ਓਏ ਅਸੀਂ ਤਾਂ ਕੁਝ ਮੰਗਦੇ ਨਹੀਂ, ਅਸੀਂ ਨਹੀਂ ਮੰਗਦੇ ਤੁਸੀਂ ਸਾਨੂੰ ਇੱਥੇ ਲੰਗਰ ਲਾਓ, ਅਸੀਂ ਨਹੀਂ ਮੰਗਦੇ ਤੁਸੀਂ ਸਾਡੀ ਹੈਲਪ ਕਰੋ। ਅਸੀਂ ਕਮਾਉਣਾ ਜਾਣਦੇ ਆ, ਅਸੀਂ ਕਮਾ ਕੇ ਖਾਣਾ ਵੀ ਜਾਣਦੇ ਆ। ਓਏ ਅਸੀਂ ਤਾਂ ਮੁਲਕ ਰਜਾਉਂਦੇ ਆ, ਮੁਲਕ। ਤੁਹਾਡੇ ਤੋਂ ਮੰਗਦੇ ਨਹੀਂ, ਪਰ ਸਾਡੇ ਨਾਲ ਚੋਰੀਆਂ ਚਲਾਕੀਆਂ ਨਾ ਕਰੋ, ਸਾਡੇ ਨਾਲ ਇਮਾਨਦਾਰ ਰਹੋ। ਸਾਡੀਆਂ ਜ਼ਮੀਨਾਂ ਤੇ, ਸਾਡੇ ਖੇਤਾਂ ਤੇ, ਉਹ ਸਾਡੇ ਜਿਉਂਦੇ ਜੀ ਅਸੀਂ ਕਬਜ਼ਾ ਹੋਣ ਨਹੀਂ ਦੇਣਾ। ਸਾਡੇ ਕਿਸਾਨ ਵੀਰ, ਸਾਡਾ ਯੂਥ ਅੱਜ ਇੱਕ ਹੋ ਚੁੱਕਿਆ ਹੈ ਤੇ ਇਹ ਇੱਕ ਹੀ ਰਹੂਗਾ। ਕਦੋਂ ਤੱਕ? ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਲਿਆ ਜਾਂਦਾ। ਮੈਂ ਇੱਕ ਗੱਲ ਬਾਈ ਜੀ ਹੋਰ ਕਹਿਣਾ ਹੈ। ਬਾਈ ਹੋਰਾਂ ਨੇ ਸਾਰਾ ਤੁਹਾਨੂੰ ਦੱਸਦਾ ਕਿ ਆਪਦੇ ਕੱਪੜੇ ਲੀੜੇ ਲੈ ਕੇ ਆ ਜਿਓ, ਕਿਉਂਕਿ ਹੋ ਸਕਦਾ ਆਪਾਂ ਕੱਲ ਨੂੰ ਬੈਠੀਏ ਤੇ ਕੱਲ ਸ਼ਾਮ ਨੂੰ ਆ ਜਾਈਏ ਇਹ ਕਹਿ ਕੇ ਕਿ ਬਿੱਲ ਤਾਂ ਬਾਈ ਕੈਨਸਲ ਹੋ ਗਿਆ। ਹੋ ਸਕਦਾ ਪਰਸੋਂ ਨੂੰ ਆਈਏ, ਹੋ ਸਕਦਾ ਚੌਥੇ ਨੂੰ ਆਈਏ, ਤੇ ਪਤਾ ਨਹੀਂ ਕਿੰਨੇ ਦਿਨ ਬੈਠਣਾ ਪਊਗਾ ਆਪਾਂ ਨੂੰ ਉੱਥੇ। ਪਰ ਯਾਦ ਰੱਖਿਓ, ਇਹ ਸੋਚ ਕੇ ਘਰੋਂ ਆਇਓ ਕਿ ਗਰਮੀ 'ਚ ਬੈਠਾਂਗੇ, ਮੁੜ ਕੇ 'ਚ ਭਿੱਜਾਂਗੇ, ਪਰ ਵਾਪਸ ਉਦੋਂ ਆਵਾਂਗੇ ਜਦੋਂ ਸਾਡੀਆਂ ਜ਼ਮੀਨਾਂ ਤੇ ਸਾਡਾ ਕਬਜ਼ਾ ਦੁਬਾਰੇ ਹੋ ਗਿਆ। ਅਸੀਂ ਦਿੱਲੀ ਨੂੰ ਇਹ ਲਿਜਾਣ ਨਹੀਂ ਦੇਣੀਆਂ ਸਾਡੀਆਂ ਜ਼ਮੀਨਾਂ। ਅੱਜ ਕਲਾਕਾਰ ਮਹਿਕਮਾ ਸਾਰਾ ਇਕੱਠਾ ਹੋ ਗਿਆ। ਕਿਉਂ? ਕਿਉਂਕਿ ਸਾਨੂੰ ਬਾਈ ਜੀ ਦੁੱਖ ਹੈ। ਅਸੀਂ ਖਾੜੇ ਕਿਹਦੇ ਲਾਉਣੇ ਆ? ਓਏ ਅਸੀਂ ਤਾਂ ਖਾੜੇ ਤੁਹਾਡੇ ਘਰਾਂ 'ਚ ਲਾਉਣੇ ਆ, ਤੁਹਾਡੇ ਧੀਆਂ ਪੁੱਤਾਂ ਦੇ ਵਿਆਹਾਂ ਤੇ ਗਾਣੇ ਗਾਉਣੇ ਆ, ਤੁਹਾਨੂੰ ਨਚਾਉਣਾ। ਤੇ ਪਰ ਆਹ ਕੀ ਗੱਲ, ਉਦੋਂ ਖਾੜੇ ਕਿੱਥੇ ਲਾਵਾਂਗੇ ਜਦੋਂ ਸਾਡੀਆਂ ਜ਼ਮੀਨਾਂ ਹੀ ਸਾਡੇ ਕੋਲੇ ਨਾ ਰਹੀਆਂ। ਖਾੜੇ ਸਾਡੇ ਲੱਗਣਗੇ, ਮੇਲੇ ਲੱਗਣਗੇ, ਪਰ ਲੱਗਣਗੇ ਸਾਡੀਆਂ ਜ਼ਮੀਨਾਂ ਤੇ, ਸਾਡੇ ਖੇਤਾਂ 'ਚ। ਅੰਬਾਨੀਆਂ ਅਡਾਨੀਆਂ ਦੇ ਖੇਤਾਂ 'ਚ ਖਾੜੇ ਨਹੀਂ ਲੱਗਦੇ, ਇਹ ਭੁੱਲ ਜਾਣ ਉਹ ਦਿੱਲੀ ਵਾਲੇ। ਅੱਜ ਸਾਡੇ 'ਚ ਵੀ ਜੋਸ਼ ਬਹੁਤ ਹੈ, ਜੋਸ਼ ਤੁਹਾਡੇ 'ਚ ਵੀ ਬਹੁਤ ਹੈ, ਪਰ ਫਿਰ ਬਾਪੂ ਜੀ ਹੋਰੀ ਪਹਿਲਾਂ ਗੱਲ ਕਹਿ ਕੇ ਗਏ ਨੇ ਕਿ ਬਾਈ ਜੀ ਜੋਸ਼ ਦੇ ਨਾਲ ਹੋਸ਼ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਦਿੱਲੀ ਜਦੋਂ ਹਰਾਉਂਦੀ ਹੈ ਦਿਮਾਗ ਨਾਲ ਹਰਾਉਂਦੀ ਹੈ, ਉਦਾਂ ਹਿੰਮਤ ਨਹੀਂ ਉਹਨਾਂ 'ਚ। ਉਦਾਂ ਤਾਂ ਚੋਰ ਨੇ ਜਿਹੜੇ ਬੰਦੇ ਮਾਈਕ ਬੰਦ ਕਰਕੇ
ਆਪੋਜੀਸ਼ਨ ਬਾਹਰ ਕੱਢ ਕੇ ਚੁੱਪ ਚਪੀਤੇ ਸਾਈਨ ਕਰ ਗਏ। ਉਹ ਬਹਾਦਰ ਨਹੀਂ ਹੋ ਸਕਦੇ, ਉਹ ਚੋਰ ਨੇ, ਡਰਪੋਕ ਨੇ, ਪਰ ਉਹ ਕਰਦੇ ਕੀ ਨੇ? ਉਹਨਾਂ ਕੋਲੇ ਦਿਮਾਗ ਨੇ। ਜਿਹੜਾ ਵੱਡਾ ਬਜਟ ਜਾਂਦਾ ਉਹਨਾਂ ਦਾ ਦਿਮਾਗਾਂ ਤੇ, ਉਹ ਦਿਮਾਗਾਂ ਨੇ ਸਾਨੂੰ ਹਰਾਉਣ ਦੀ ਪੂਰੀ ਵਾਹ ਲਾ ਦੇਣੀ ਹੈ। ਪਰ ਤੁਸੀਂ ਇਸ ਵਾਰ ਇਹ ਗੱਲ ਸਿੱਧ ਕਰਨੀ ਆ, ਪ੍ਰੂਵ ਕਰਨੀ ਹੈ ਕਿ ਅਸੀਂ ਜਿਹੜੇ ਪੰਜਾਬੀ ਲੋਕ ਆ ਜਿਨ੍ਹਾਂ ਨੂੰ ਬਦਨਾਮ ਕੀਤਾ ਸੀ ਕਿ ਇਹ ਤਾਂ ਨਸ਼ੇੜੀ ਆ, ਚਿੱਟਾ ਪੀਂਦੇ ਨੇ, ਇਹ ਤਾਂ ਗਾਇਕਾਂ ਗੂਕਾਂ ਪਿੱਛੇ ਲੜਨ ਵਾਲੇ ਕਮਲੇ ਨੇ, ਤੁਸੀਂ ਇਹ ਗੱਲ ਪ੍ਰੂਵ ਕਰਨੀ ਹੈ ਕਿ ਅਸੀਂ ਦਿਮਾਗੀ ਹਾਂ। ਸਾਨੂੰ ਪਤਾ ਸਾਡੇ ਰਾਜਿਆਂ ਮਹਾਰਾਜਿਆਂ ਨੇ, ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੇ, ਸਾਡੇ ਗੁਰੂਆਂ ਨੇ ਜੰਗਾਂ ਜਿੱਤੀਆਂ ਨੇ, ਜੰਗਾਂ ਲੜੀਆਂ ਨੇ ਸਿਆਣੇ ਬਣ ਕੇ, ਤੇ ਅਸੀਂ ਇਸ ਵਾਰ ਆਪਣੀ ਸਿਆਣਪ ਦਾ ਸਬੂਤ ਇੱਕ ਹੋ ਕੇ ਦੇਣਾ ਹੈ। ਕੋਈ ਜੋਸ਼ ਨਾਲ ਕੰਮ ਨਹੀਂ ਲੈਣਾ, ਉਸ ਜੋਸ਼ ਨੂੰ ਹੋਸ਼ ਨਾਲ ਮਿਲਾ ਕੇ ਤੇ ਫੇਰ ਇਹ ਜੰਗ ਜਿੱਤੀ ਜਾਊਗੀ ਬਾਈ ਜੀ। ਸੋ ਅਖੀਰ ਦੇ ਵਿੱਚ ਮੇਰੇ ਨਾਲ ਜ਼ੋਰਦਾਰ ਨਾਰੇ ਲਾਉਣੇ ਆ, ਮਜ਼ਦੂਰ ਏਕਤਾ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਸ਼ੁਕਰੀਆ ਬਾਈ ਜੀ। ਜੀ ਟੀਮਾ ਵੀਰਾ, ਸਾਡਾ ਵੀਰ ਇੱਥੇ ਪਹੁੰਚਿਆ, ਖੇਤੀਬਾੜੀ ਤੇ ਰਿਸਰਚ ਕਰਦਾ, ਦੋ ਸ਼ਬਦ ਉਹ ਸਾਂਝੇ ਕਰੂਗਾ, ਸੁਣ ਕੇ ਬਾਈ ਜੀ। ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਸ਼ ਜੋਸ਼ ਜੇ ਇਕੱਠਾ ਹੋ ਜੇ, ਪੈਂਦਾ ਮੁੱਲ ਜਵਾਨੀ ਦਾ, ਮਾੜੂ ਨੀਤੀਆਂ ਬੜੀਆਂ ਆਈਆਂ ਤਾਂ ਵੀ ਝੰਡਾ ਝੂਲੀ ਜਾਂਦਾ ਕਿਸਾਨੀ ਦਾ। ਵੀਰੇ ਕਿਸਾਨੀ ਧਰਨਿਆਂ ਚ ਆ ਕੇ ਝੰਡਾ ਥੱਲੇ ਨਾ ਕਰਿਆ ਕਰੋ, ਹਰਾ ਤਾਂ ਕਦੇ ਵੀ ਨਹੀਂ, ਤਾਂ ਕਰੋ ਇਹਨੂੰ। ਹੁਣ ਬਾਈ ਜੀ ਦੋ ਗੱਲਾਂ ਮੈਂ ਤੁਹਾਡੇ ਨਾਲ ਰੱਖਣੀਆਂ ਚਾਹੂੰਗਾ। ਸਭ ਤੋਂ ਪਹਿਲਾਂ ਤਾਂ ਗੋਨਿਆਣਾ ਮੰਡੀ ਆਪਦੇ ਲਈ ਤਾੜੀ ਮਾਰੇ, ਬਹੁਤ ਧਰਨੇ ਰੋਜ਼ ਲੱਗ ਰਹੇ ਆ। ਸੱਚੀ ਗੱਲ ਦੱਸ ਰਿਹਾ ਵੀਰੇ, ਇੰਨੇ ਨੌਜਵਾਨ ਚਿਹਰੇ ਨਹੀਂ ਹੁੰਦੇ ਕਿਤੇ ਜਿੰਨੇ ਇੱਥੇ ਆ। ਦੂਜੇ ਵਧਾਈ ਦੇ ਪਾਤਰ ਹੈ ਸਾਡੇ ਕਲਾਕਾਰ ਭਰਾ ਤੇ ਨਾਲ ਹੀ ਤੁਸੀਂ, ਕਿਉਂਕਿ ਮੈਂ ਆਪਦੇ 8-10 ਸਾਲ ਬਈ ਦਿੱਲੀ 'ਚ ਯੂਨੀਵਰਸਿਟੀ ਦੀ ਐਕਟਿਵ ਪੋਲਿਟਿਕਸ ਕੀਤੀ ਹੈ। ਬੜੇ ਔਖੇ ਜਵਾਬ ਦੇਣੇ ਪੈਂਦੇ ਸੀ ਉੱਥੇ ਵੀ ਯਾਰ ਕਲਾਕਾਰਾਂ ਦੇ ਤੁਹਾਡੇ ਗਾਣੇ ਤਾਂ ਚੱਲਦੇ ਆ ਪਰ ਮਾਹੌਲ ਚੱਕਵਾਂ ਕਰ ਦਿੰਦੇ ਆ ਤੇ ਤੁਹਾਡੀ ਜਵਾਨੀ ਨਸ਼ਾ ਇਹ ਉਹ। ਅੱਜ ਕਿਸੇ ਨੂੰ ਬਾਈ ਜੀ ਬੋਲਣਾ ਹੀ ਨਹੀਂ ਪਿਆ। ਜਿੱਥੇ ਆਪਣੇ ਲਈ ਕੋਈ ਹੋਰ ਨਹੀਂ ਖੜ ਸਕੇ ਉੱਥੇ ਭਰਾ ਖੜੇ ਆ ਤੇ ਭੀੜ ਕਰਨ ਲਈ ਕਦੇ ਹੁਣ ਪਿੰਡ 'ਚ ਹੋਕਾ ਨਹੀਂ ਦੇਣਾ ਪੈਂਦਾ, ਤੁਸੀਂ ਆਪ ਮਹਾਰੇ ਆਉਣੇ ਹੋ। ਇਹ ਜਵਾਬ ਤੁਸੀਂ ਆਪਦੇ ਲਈ ਦੇ ਚੁੱਕੇ ਹੋ। ਹੁਣ ਇਹ ਕਾਨੂੰਨ ਵਾਸਤੇ ਮੈਂ ਲਾਸਟ 'ਚ 1-2 ਮਿੰਟ ਲਊਂਗਾ। ਬਿੱਲ ਲੋਕ ਸਭਾ ਗਿਆ, ਰਾਜ ਸਭਾ ਗਿਆ, ਰਾਸ਼ਟਰਪਤੀ ਨੇ ਸਾਈਨ ਕਰਤੇ। ਸਾਡੇ ਤੋਂ ਸਿਆਣੇ ਕਿਸਾਨ ਯੂਨੀਅਨਾਂ ਹੋਰ ਬੁੱਧੀਜੀਵੀ ਬੈਠੇ ਆ। ਮੈਂ ਤੁਹਾਨੂੰ ਮੋਟੀ ਗੱਲ ਇਹ ਕਰੂੰਗਾ ਵੀ ਬਾਈ ਚਾਂਸ ਇਹ ਸੰਘਰਸ਼ ਲੰਬਾ ਚੱਲੀ ਗਿਆ। ਆਪਣੇ ਪੱਲੇ ਕੁਝ ਪੈਂਦਾ ਨਹੀਂ ਪੈਂਦਾ ਉਹ ਮੈਨੂੰ ਪਤਾ ਨਹੀਂ। 1965 ਚ APMCਆਂ ਆਈਆਂ ਸੀ, ਗ੍ਰੀਨ ਰੈਵੋਲੂਸ਼ਨ ਆਈ ਸੀ। ਇਹ ਲੋਕ ਆਏ ਸੀ ਆਪਣੇ ਕੋਲ ਪੰਜਾਬ ਹਰਿਆਣੇ ਤੇ ਵੈਸਟਰਨ ਯੂਪੀ ਕੋਲ ਹੱਥ ਅੱਡ ਕੇ ਵੀ ਦੇਸ਼ ਭੁੱਖਾ ਮਰੀ ਜਾਂਦਾ, ਸਾਡੇ ਲਈ ਫਸਲ ਬੀਜ ਦਿਓ। ਜਦੋਂ ਉਦੋਂ ਇਹ ਆਈ ਸੀ ਤਾਂ ਅੱਜ ਵੀ ਗੇਮ ਆਪਣੇ ਹੱਥ 'ਚ, ਹੌਸਲਾ ਨਾ ਛੱਡੋ। ਜ਼ਰੂਰਤ ਹੈ ਬਸ ਇੱਕ ਧਿਰ ਪਛਾਣਨ ਦੀ। ਸਾਰੇ ਨੌਜਵਾਨ ਮੁੰਡੇ ਹੋ, ਗਰਾਊਂਡਾਂ 'ਚ ਖੇਡਣ ਜਾਂਦੇ ਹੋ ਨਾ, ਇੱਕ ਸਾਹਮਣੇ ਆਪਣੀ ਟੀਮ ਹੁੰਦੀ ਹੈ, ਉਵੇਂ ਟੀਮ ਪਛਾਣੋ। ਜੇ ਵੱਡੀਆਂ ਕੰਪਨੀਆਂ ਨਾਲ ਆਪਣਾ ਰੌਲਾ ਤੁਸੀਂ ਵਾਕਿਆ ਹੀ ਤੁਹਾਡਾ ਜ਼ਮੀਰ ਮੰਨ ਰਿਹਾ ਤਾਂ ਇਹਨਾਂ ਨੂੰ ਇੱਕ ਦੂਜੀ ਧਿਰ ਕਰਾਰ ਦੇ ਦਿਓ ਤੇ ਆਪ ਇਕੱਠੇ ਹੋ ਜਾਓ। 2 ਸਾਲ 2-2 4-4 ਹਲਕੇ ਤੁਹਾਡੇ ਜਿਹੜੇ ਵੀ ਬੰਦੇ ਅੱਗੇ ਲੱਗ ਸਕਦੇ, ਆਪ 'ਚ ਰਹਿ ਕਰਕੇ ਫਸਲਾਂ ਬੀਜੋ। ਜਿਵੇਂ ਕਿਸਾਨ ਯੂਨੀਅਨ ਵਾਲੇ ਬਾਬਾ ਜੀ ਕਹਿ ਕੇ ਗਏ ਸੀ ਵੀ ਆਪ ਏਕਾ ਕਰੋ, ਵੀ ਆਪਾਂ ਫਸਲ ਵੇਚਣੀ ਮੰਡੀ 'ਚ, ਚਾਹੇ ਬਾਹਰ 60 ਰੁਪਏ 70 ਰੁਪਏ ਵੱਧ ਮਿਲ ਜਾਣ। ਜੇ ਤੁਸੀਂ ਆਪਦਾ ਏਕਾ ਰੱਖੋਗੇ ਗੋਤੇ ਖਾ ਜਾਣਗੇ, ਇਹਨਾਂ ਦੀ ਚੀਕ ਨਿਕਲ ਜੂ। ਆਪਾਂ ਤਾਂ ਪੰਜਾਬ 'ਚ ਬਾਈ ਜੀ, ਮੈਂ ਕੇਰਲਾ ਤੱਕ ਪਹਿਲਾਂ ਗੇਮ ਕਰਦਾ ਰਿਹਾ, ਖੇਡਣ ਜਾਂਦੇ ਸੀ, ਫਿਰ ਪੜ੍ਹਾਈ ਦੇ ਨਾਤੇ ਸਭ ਕਿਤੇ ਗਏ, ਸਟੂਡੈਂਟ ਪੋਲਿਟਿਕਸ ਦੇ ਨਾਤੇ ਸਭ ਕਿਤੇ ਗਏ। ਆਪਣੇ ਤੋਂ ਤੁਸੀਂ 200 ਕਿਲੋਮੀਟਰ ਟੱਪ ਜਾਓ, ਉਹ ਸਮੁੰਦਰ ਤਾਂ ਹੀ ਸਾਰਾ ਇੰਡੀਆ ਚੌਲ ਖਾਂਦਾ। ਤੁਸੀਂ 2 ਸੀਜ਼ਨ ਏਕਾ ਕਰ ਲਓ। ਇਹ ਨਾ ਹੋਵੇ ਵੀ ਅਮਰਤ ਬਾਈ, ਜੱਸਾ ਬਾਈ ਤਾਂ ਆਪਦੀ ਫਸਲ ਕਿਸੇ ਨੂੰ ਦੇ ਨਹੀਂ ਰਹੇ ਤੇ ਮੇਰੇ ਵਰਗਾ ਗਾਂਹ ਵੱਧ ਕੇ ਵੀ ਹਾਂ ਹੁਣ ਮੈਂ ਇਕੱਲਾ ਹੀ ਝੋਨਾ ਲਾ ਲਾਂ। ਇਹ ਗੱਲਾਂ ਮੈਂ ਗਾਂਹ ਦੀਆਂ ਕਰ ਰਿਹਾ ਜਿਹੜੀਆਂ ਤੁਹਾਡੇ ਨਾਲ ਕਿਸੇ ਨੇ ਕੀਤੀਆਂ ਨਹੀਂ। ਉਦੋਂ ਇਕੱਠੇ ਹੋ ਜਾਓ, 2 ਸਾਲ ਚੌਲ ਨਾ ਬੀਜੋ, ਤੁਹਾਡੇ ਘਰੇ ਆ ਕੇ ਪ੍ਰਾਹੁਣੇ ਬਣਾ ਕੇ ਤੁਹਾਨੂੰ ਲੈ ਕੇ ਜਾਣਗੇ ਵੀ ਆ ਜਾਓ ਬਾਈ ਕੀ ਮੰਗਦੇ ਹੋ। ਲਾਸਟ ਤੁਹਾਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਸੰਘਰਸ਼ ਪਲੀਜ਼, ਜਿਵੇਂ ਸ਼ੁਰੂ 'ਚ ਹੋਸ਼ ਤੇ ਜੋਸ਼ ਦੀ ਗੱਲ ਹੋਈ ਸੀ ਵੀਰੇ, ਬਹੁਤ ਸੋਹਣਾ ਜਵਾਨੀ ਸੜਕਾਂ ਤੇ ਆ ਗਈ ਹੈ, ਇਹਨੂੰ ਉਬਾਲਾ ਨਾ ਖਾਣ ਦਿਓ। ਪ੍ਰੋਗਰਾਮ ਬਾਈਅਰ ਉਲੀਕਣਗੇ, ਕਿਸਾਨ ਜਥੇਬੰਦੀਆਂ ਤੇ ਬੁੱਧੀਜੀਵੀਆਂ ਦੀ ਸੋਚ ਹੈ ਤੇ ਸ਼ਬਦ ਬਾਈ ਹੋਰਾਂ ਦੇ ਹੈ, ਕਿਉਂਕਿ ਇਹ ਇੱਕ ਸੱਚ ਹੈ ਆਪਣੇ ਪੰਜਾਬ ਦਾ ਵੀ ਲੋਕ ਅੱਜ ਇਹਨਾਂ ਨੂੰ ਫੋਲੋ ਕਰਦੇ ਆ ਤੇ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਆ। ਤੁਹਾਡੇ ਗਵਾਂਢੀ ਹਲਕੇ ਲੰਬੀ ਹਲਕੇ ਤੋਂ ਆ ਬਾਈ ਜੀ, ਖੁੱਡੀਆਂ ਮੇਰਾ ਪਿੰਡ ਹੈ। ਗਾਂ ਸ਼ਾਇਦ ਮੈਨੂੰ ਦੱਸਣਾ ਨਾ ਪਵੇ ਵੀ ਲੰਬੀ ਹਲਕੇ 'ਚ ਕਿਹੜਾ ਵੱਡਾ ਪਰਿਵਾਰ ਪੰਜਾਬ ਦਾ ਬੈਠਾ ਤੇ ਕਿੰਨਾਂ ਦੇ ਵਿਰੁੱਧ ਲੜ ਕੇ ਸਾਨੂੰ ਸੰਘਰਸ਼ ਕਰਨ ਦੀ ਆਦਤ ਪੈ ਗਈ। ਮਿਨਿਸਟਰੀਆਂ ਤੋਂ ਅਸਤੀਫੇ ਦਿੱਤੇ ਆ ਲੋਕਾਂ ਨੇ, ਚੀਚੀ ਤੇ ਖੂਨ ਲਾ ਕੇ ਸ਼ਹੀਦ ਹੋਣ ਦੀ ਕੋਸ਼ਿਸ਼ ਕੀਤੀ ਹੈ, ਪਰ ਤੁਸੀਂ ਭੜਕਣਾ ਨਹੀਂ। ਜਿਹੜੇ ਅੱਜ ਤੁਹਾਡੀ ਲੜਾਈ ਲੜੀ ਜਾਂਦੇ ਆ
ਇਹਨਾਂ ਨਾਲ ਮਿਲ ਕੇ ਹੀ ਤੁਸੀਂ ਹੌਲੀ ਹੌਲੀ ਗਾਂਹ ਵਧਣਾ ਹੈ। ਮੈਂ ਤੁਹਾਨੂੰ ਭੜਕਾਉਣ ਲਈ ਨਹੀਂ ਇਹ ਲੈਣਾ ਧਾਰਮਿਕ ਤੋਕਾਂ ਬੋਲ ਰਿਹਾ, ਪਰ ਅੱਜ ਇੱਕ ਗੱਲ ਸੱਚੀ ਹੋ ਰਹੀ, ਆਪਾਂ ਨੂੰ ਅੱਜ ਇਹਦੀ ਲੋੜ ਹੈ ਵੀ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਜ਼ਰੂਰੀ ਨਹੀਂ ਬਲ, ਵਿਉਂਤ ਵੀ ਇਹਦੇ ਵਿੱਚ ਆਉਂਦੀ ਆ। ਵਿਉਂਤਬੰਦੀ ਕਰੋ, ਇਕੱਠੇ ਹੋ ਜਾਓ। ਇੰਨਾ ਕਹਿ ਕੇ ਮੈਂ ਆਪਦੀ ਹਾਜ਼ਰੀ ਲਵਾਉਣਾ ਚਾਹੁੰਦਾ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਸਾਡੇ ਬਹੁਤ ਸਤਿਕਾਰਯੋਗ ਭਰਾ ਹਰਿਆਣੇ ਤੋਂ ਆਏ ਨੇ। ਦੇਖੋ ਗੱਲ ਹੁਣ ਇੱਥੇ ਕੀ ਆ ਗਈ ਕਿ ਕਿਸਾਨ ਦਾ ਜਿਹੜਾ ਧਰਮ ਹੈ ਉਹ ਕਿਸਾਨੀ ਹੈ, ਖੇਤੀਬਾੜੀ ਹੈ। ਉੱਥੇ ਕੋਈ ਇਹ ਨਹੀਂ ਹੈਗਾ ਵੀ ਹਰਿਆਣਾ ਸੂਬਾ ਪੰਜਾਬ ਸੂਬਾ। ਬਾਈ ਨੇ ਕਿਹਾ ਕਿ ਅਸੀਂ ਬਾਈ ਤੁਹਾਡੇ ਨਾਲ ਆ, ਪੰਜਾਬ ਤੇ ਹਰਿਆਣਾ, ਕਿਉਂਕਿ ਇਹ ਲੜਾਈ ਸਾਡੀ ਸਾਂਝਿਆਂ ਦੀ ਹੈ। ਅਸੀਂ ਉੱਥੇ ਤੁਹਾਡਾ ਪ੍ਰੋਗਰਾਮ ਲੀਕਾਂਗੇ, ਤੁਸੀਂ ਸਾਰੇ ਭਰਾਵਾਂ ਨੇ ਪਹੁੰਚਣਾ ਉੱਥੇ। ਹਾਂਜੀ, ਫਤਿਆਬਾਦ ਕਹਿੰਦੇ ਨੇ ਵੀ ਪ੍ਰੋਗਰਾਮ ਲੀਕਾਂਗੇ। ਸੋ ਮੈਂ ਬਾਈ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਬਾਈ ਇਹ ਪਹਿਲੇ ਦਿਨ ਤੋਂ ਅਸੀਂ ਕਹਿੰਦੇ ਆਉਂਦੇ ਆ ਕਿ ਜਿੱਥੇ ਬੰਦੇ 4 ਨੇ ਚਾਹੇ 1000 ਨੇ, ਅਸੀਂ ਉੱਥੇ ਜਾਵਾਂਗੇ। ਜਿੱਥੇ ਸਾਡੇ ਖੇਤਾਂ ਦੀ ਗੱਲ ਹੋਊ, ਜਿੱਥੇ ਸਾਡੀ ਖੇਤੀ ਦੀ ਗੱਲ ਹੋਊਗੀ, ਅਸੀਂ ਉੱਥੇ ਜਾਵਾਂਗੇ ਹੀ ਜਾਵਾਂਗੇ। ਜੇ ਸਾਡੇ ਪੰਜਾਬ ਤੇ ਹਰਿਆਣੇ ਦਾ ਏਕਾ ਹੋ ਜਵੇ, ਮੈਂ ਤਾਂ ਕਹਿੰਦਾ ਫਿਰ 4 ਦਿਨਾਂ ਦੀ ਨਹੀਂ, ਫਿਰ ਤਾਂ ਗੱਲ ਹੀ 2 ਦਿਨਾਂ ਦੀ ਆ। ਹਨੇਰੀ ਪੱਟ ਦਿਆਂਗੇ, ਉੱਥੇ ਬੈਠਿਆਂ ਨੂੰ ਦੌਰੇ ਪੈ ਜਾਣਗੇ ਕੁਰਸੀਆਂ ਤੇ। ਸਤਿ ਸ੍ਰੀ ਅਕਾਲ। ਸੋ ਲਾਸਟ ਦੇ ਵਿੱਚ ਇੱਕ ਨਾਰਾ ਲਾਉਣ ਲੱਗਿਆ, ਹੈ ਤਾਂ ਥੋੜਾ ਜਿਹਾ ਤੱਤਾ, ਪਰ ਅੱਜ ਦਾ ਇਹ ਸੱਚ ਹੈ। ਕੀ ਕਹਿਣਾ? ਦਿੱਲੀਏ ਤੇਰੇ ਕੰਮ ਨਕੰਮੇ, ਫੇਰ ਕਹੇਗੀ ਬਾਗੀ ਜੰਮੇ। ਦਿੱਲੀਏ ਤੇਰੇ ਕੰਮ ਨਕੰਮੇ, ਦਿੱਲੀਏ ਤੇਰੇ ਕੰਮ ਨਕੰਮੇ। ਜਿੰਨੇ ਵੀ ਸੱਜਣ ਪਹੁੰਚੇ ਨੇ ਇਸ ਲੜਾਈ 'ਚ ਸਾਡਾ ਸਾਥ ਦੇਣਾ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਕਰਦੇ ਹਾਂ। ਸੋ ਆਸ ਕਰਦੇ ਹਾਂ ਅੱਗੇ ਵੀ ਆਪਾਂ ਏਕੇ ਦਾ ਸੰਕੇਤ ਦੇਣਾ ਹੈ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।